ਤੁਹਾਨੂੰ 17 ਸਾਲ ਹੋ ਗਏ ਤੇ ਪਿਛਲੇ ਸਮੇਂ ਦੇ ਵਿੱਚ 17 ਸਾਲ ਬਾਅਦ ਅਜਿਹਾ ਕੀ ਹੋਇਆ ਕਿ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਰਖਾਸਤ ਕਰ ਦਿੱਤਾ ਗਿਆ? ਇਹੋ ਜਿਹੀ ਕੀ ਗੱਲ ਹੋਈ? ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਨੇ, ਉਹਦੀ ਅਕਾਲੀ ਦਲ ਦੀ ਬਾਂਗ ਡੋਰ ਆ ਜਿਹੜੀ ਉਹਨਾਂ ਦੇ ਹੱਥ ਦੇ ਵਿੱਚ ਆ ਗਈ। ਜਦੋਂ ਉਹਨਾਂ ਦੇ ਹੱਥ ਦੇ ਵਿੱਚ ਆ ਗਈ, ਉਹਨਾਂ ਨੇ ਕੱਲੇ ਕੱਲੇ ਕਰਕੇ, ਚਾਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਸੀ ਜੀ, ਇੱਕ ਸਮਾਂ ਆਇਆ ਟੌੜਾ ਸਾਹਿਬ ਸੀ, ਜਾਂ ਹੋਰ ਵੀ ਸੀਗੇ ਜਿਹੜੇ ਪੁਰਾਣੇ ਉਹਨਾਂ ਦੇ ਸਾਥੀ ਕੁਲਦੀਪ ਸਿੰਘ ਬਡਾਲੇ ਵਰਗੇ, ਉਹਨਾਂ ਨੂੰ ਕੱਲੇ ਕੱਲੇ ਕਰਕੇ ਦਰਕਨਾਰ ਕਰਨਾ ਸ਼ੁਰੂ ਕਰ ਦਿੱਤਾ। ਪਰ ਕੀ ਹੋ ਰਿਹਾ ਸੀ, ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਬਾਂਗਡੋਰ ਆ ਗਈ, ਇਹਨਾਂ ਨੇ ਮੋਗਾ ਕਾਨਫਰੰਸ ਕੀਤੀ। ਇਹਨਾਂ ਨੇ ਫਿਰ ਇਹ ਸੋਚ ਲਿਆ ਵੀ ਜਿਹੜੇ ਸਿੱਖ ਨੇ, ਜਿਹੜੇ ਸਿੰਘ ਨੇ, ਜਿਹੜੇ ਗੁਰਸਿੱਖ ਨੇ, ਇਹਨਾਂ ਦੀ ਕੋਈ ਵਾਲੀ ਹੁਣ ਲੋੜ ਨਹੀਂ ਰਹੀ। ਦੁਖਾਂਤ ਇਹ ਵਾਪਰਿਆ ਵੀ 2015 ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ। ਸਰੂਪ ਚੋਰੀ ਹੋਣ ਤੋਂ ਬਾਅਦ ਸਰਸੇ ਵਾਲੇ ਸੌਦਾ ਸਾਹਿਬ ਦੇ ਚੇਲਿਆਂ ਨੇ ਇਹ ਚੈਲੰਜ ਕਰਕੇ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ, ਤੁਸੀਂ ਆਓ, ਆ ਕੇ ਆਪਦਾ ਗੁਰੂ ਸਾਡੇ ਕੋਲ ਲੈ ਕੇ ਦਿਖਾਓ। ਉਹ ਸਿੱਖ ਜਗਤ ਦੇ ਵਿੱਚ ਬਹੁਤ ਵੱਡਾ ਰੋਸ ਪੈਦਾ ਹੋ ਗਿਆ ਵੀ ਮਹਾਰਾਜ ਦੀ ਬੇਅਦਬੀ। ਬਲਦੀ ਦੇ ਉੱਤੇ ਤੇਲ ਸੁਖਬੀਰ ਸਿੰਘ ਬਾਦਲ ਨੇ ਸਿੰਘ ਸਾਹਿਬ ਨੂੰ ਬੁਲਾਉਂਦਾ ਉੱਥੇ ਚੰਡੀਗੜ੍ਹ, ਉਹਨਾਂ ਦੀ ਵਾਮ ਰੋਡ ਦਾ, ਬਿਨਾਂ ਮਾਫੀ ਮੰਗਿਆ ਕਿ ਗਿੱਦੜ ਚਿੱਠੀ ਫੜਾਉਂਦਾ ਕਿ ਆਹ ਲੈ ਜਾਓ ਸਿੰਘ ਸਾਹਿਬ, ਜਾ ਕੇ ਸਰਸੇ ਵਾਲੇ ਨੂੰ ਮਾਫ ਕਰ ਦਿਓ, ਉਹਨੇ ਮਾਫੀ ਮੰਗੀ ਆ। ਵੀ ਹੁਣ ਇਹ ਸੀ ਵੀ ਉਦੋਂ ਅਕਾਲੀ ਦਲ ਜਿਹੜਾ ਤਾਕਤ ਦੇ ਵਿੱਚ ਸੀਗਾ, ਉਹਨਾਂ ਕੋਲੇ ਸੱਤਾ ਸੀ ਵੀ ਸਾਰੇ ਜਾਣੇ ਵਜ਼ੀਰੀਆਂ ਮਾਣ ਕੇ, ਤੇ ਹੁਣ ਜਦੋਂ ਅਕਾਲੀ ਦਲ ਕਮਜ਼ੋਰ ਹੋ ਗਿਆ ਤੇ ਹੁਣ ਉਹ ਸਾਰਿਆਂ ਨੂੰ ਕਮੀਆਂ ਦਿਸਣ ਲੱਗ ਗਈਆਂ। ਇਹ ਕਮੈਂਟ ਆ ਰਹੇ ਸੀ ਇਹ ਗੱਲ, ਇਹ ਵੀ ਕਹੇ ਸ਼ਰਾਬ ਪੀਤੀ, ਮੈਂ ਕਿਹਾ ਵੀ ਅਗਰ ਉਹਦੀ ਸ਼ਰਾਬ ਪੀਤੀ ਸੀ, ਮੈਂ ਉਹਨੂੰ ਸਰੋਪਾ ਪਾਉਣਾ, ਫਿਰ ਮੇਰੇ ਵਰਗਾ ਤਾਂ ਕਿਰਤਗਣ ਕੋਈ ਹੋ ਹੀ ਨਹੀਂ ਸਕਦਾ। ਮੈਂ ਫਿਰ ਉਹਦੀ ਬਾਂਹ ਕਿਉਂ ਨਾ ਫੜੀ ਉੱਥੇ ਵੀ ਤੇਰੀ ਦਾਰੂ ਪੀ ਕੇ ਤੂੰ ਦਰਬਾਰ ਸਾਹਿਬ ਚਾਹੇ ਮੁੱਖ ਮੰਤਰੀ ਚਾਹੇ ਪ੍ਰਾਈਮ ਮਿਨਿਸਟਰ ਹੋਵੇ। ਮੇਰਾ ਰੌਲਾ ਸੁਖਬੀਰ ਸਿੰਘ ਬਾਦਲ ਦੇ ਕੀਤੇ ਹੋਏ ਗਲਤ ਕੰਮਾਂ ਦੇ ਨਾਲ ਹੈ ਜੀ। ਮੇਰਾ ਰੌਲਾ ਉਹਨਾਂ ਦੇ ਕੀਤੇ ਹੋਏ ਗਲਤ ਕੰਮਾਂ ਦੇ ਨਾਲ ਆ। ਉਹਨਾਂ ਨੇ ਇੰਨਾ ਕੁਛ ਕਰਾ ਕੇ ਅੱਜ ਤੱਕ ਵੀ ਉਹ ਮਾਫੀ ਨਹੀਂ ਮੰਗਦੇ। ਅੱਜ ਵੀ ਸਿੰਘ ਸਾਹਿਬ ਦੀ ਬਾਂਹ ਮਰੋੜ ਕੇ ਕਹਿੰਦੇ ਨੇ ਵੀ ਮਾਫ ਕਰੋ। ਚੁੰਗਾ ਸਾਹਿਬ, ਤੁਸੀਂ ਇਹ ਗੱਲ ਕਹੀ ਆ ਵੀ ਖਿਝ ਕਰਕੇ ਤੁਹਾਨੂੰ ਬਾਹਰ ਕੀਤਾ, ਤੇ ਮੈਨੂੰ ਇਹ ਲੱਗਦਾ ਵੀ ਜਿਹੜਾ ਉਹ ਕਲਚਰ ਤੁਹਾਡੇ ਨਾਲ ਵਾਪਰਿਆ, ਉਹੀ ਕਲਚਰ ਜਥੇਦਾਰ ਸਾਹਿਬ ਹੋਰਾਂ ਤੱਕ ਵੀ ਪਹੁੰਚਿਆ, ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਤੱਕ ਵੀ। ਉਹ ਰਾਘਵ ਚੱਡੇ ਦੇ ਵਿਆਹ ਤੇ ਗਏ ਤੇ ਇਸ ਕਰਕੇ ਖਿਝ ਕਰਕੇ ਲੋਕ ਉਹਦੇ ਤੇ ਖਿਚੜੀ ਪਕਾਉਣ ਲੱਗੇ ਸੀ ਵੀ ਹੁਣ ਕੋਈ ਫਤਵਾ ਆਊਗਾ। ਕਾਰਨ ਹੀ ਸਾਡਾ ਸਿੰਘ ਸਾਹਿਬ ਦੇ ਕਾਰਨ ਹੀ ਕਰਕੇ ਹੋਇਆ ਵੀ ਸਾਡੇ ਸਿੰਘ ਸਾਹਿਬ ਇੰਨੇ ਜ਼ਿਆਦਾ ਨੀਵੇਂ ਆ ਗਏ ਵੀ ਉਹਨਾਂ ਨੇ ਜਿਸ ਦਿਨ ਸੱਸੇ ਵਾਲੇ ਦੀ ਮਾਫੀ ਮੰਗਵਾਉਂਦੇ ਸੀ ਉਹਦੇ ਜਵਾਬ ਦੇ ਦਿੰਦੇ ਤਾਂ ਕੌਮ ਦਾ ਜਿਹਾ ਹਾਲ ਨਾ ਹੁੰਦਾ। ਉਹਨਾਂ ਕੋਲੇ 2-3 ਸੱਜਣ ਚਿੱਠੀ ਲੈ ਕੇ ਗਏ, ਆ ਸਪੋਕਸਮੈਨ ਹੈ ਅਕਾਲੀ ਦਲ ਦਾ ਬੁਲਾਰਾ ਹੈ ਬਿਰਸਾ ਸਿੰਘ ਬਟੋਹਾ ਵਗੈਰਾ ਲੈ ਕੇ ਗਏ, ਕਹਿੰਦੇ ਵੀ ਆਹ ਲਓ ਸੁਖਬੀਰ ਸਿੰਘ ਨੂੰ ਮਾਫ ਕਰ ਦਿਓ। ਉਹਦੇ ਚ ਲਿਖਿਆ ਵੀ ਜਾਣੇ ਅਣਜਾਣ ਚ ਹੋਈਆਂ ਭੁੱਲਾਂ ਦੀ ਮੈਂ ਮਾਫੀ ਮੰਗਦਾ। ਉਹ ਕਹਿੰਦੇ ਜਿਹੜੀਆਂ ਅਣਜਾਣੇ ਚ ਹੋਈਆਂ ਤਾਂ ਹੋ ਗਈਆਂ, ਜਿਹੜੀਆਂ ਜਾਣ ਕੇ ਕੀਤੀਆਂ ਉਹ ਦੱਸ ਕਿਹੜੀਆਂ। ਹੁਣ ਜਾਣ ਕੇ ਕੀਤੀਆਂ ਉਹ ਨੇ ਵੀ ਸੌਦਾ ਸਾਹਿਬ ਦੇ ਪੋਸਟਾਂ ਦੀ ਰਾਖੀ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਮੰਗਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ, ਉਹ ਜਾਣ ਕੇ ਕੀਤੀਆਂ ਹੋਈਆਂ ਗਲਤੀਆਂ ਸੀ। ਭਿਆਨਕ ਹਾਲਾਤ ਹੋਏ ਪਏ ਨੇ। ਮੈਨੂੰ ਤਾਂ ਇੱਕ ਜਸ ਜੀ ਹੋਰ ਲੱਗਦਾ ਹੁੰਦਾ ਵੀ ਕਿਤੇ ਥੋੜਾ ਬੜਾ ਸਮਾਂ 10-20 ਸਾਲਾਂ ਦੇ ਵਿੱਚ ਇਹ ਹੋ ਜੂ ਵੀ ਜਿਹੜੇ ਦਰਬਾਰ ਸਾਹਿਬ ਦਾ ਪ੍ਰਬੰਧੀ ਜਿਹੜੇ ਬਿਹਾਰੀ ਆ ਤੇ ਯੂਪੀ ਵਾਲੇ ਉਹਨਾਂ ਕੋਲੇ ਹੋ ਜੂਗਾ। ਕੌਮ ਦੇ ਭਲੇ ਹੋਣ ਵਾਸਤੇ ਬਹੁਤ ਬੰਦੇ ਜਿਹੜੇ ਸੱਚ ਬੋਲਣ ਵਾਲੇ ਨੇ, ਜਿਵੇਂ ਆ ਮੁੰਡਾ ਤੁਹਾਡਾ ਲੱਖਾ ਸਿੰਘ ਸਿਧਾਣਾ ਹੈ, ਉਹ ਬੰਦਾ ਮੈਂ ਉਹਨੂੰ ਲਾਈਕ ਕਰਦਾ। ਕਿ ਅਕਾਲ ਤਖਤ ਸਾਹਿਬ ਸਾਡਾ ਸਿਰਮੌਰ ਹੈ ਤੇ ਜਥੇਦਾਰ ਸਾਹਿਬ ਸਾਡੇ ਸਿਰਮੌਰ ਹੈ, ਪਰ ਮੈਨੂੰ ਅੱਜ ਏਦਾਂ ਲੱਗਦਾ ਵੀ ਜਥੇਦਾਰ ਨਹੀਂ ਸਿਰਮੌਰ, ਜਿੱਦਾਂ ਗੱਲਾਂ ਸੁਣਦੇ ਵੀ ਸੁਖਬੀਰ ਸਿੰਘ ਬਾਦਲ ਸਿਰਮੌਰ ਹੋ ਗਿਆ। ਸੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ। ਸੋ ਦੋਸਤੋ, ਗੱਲਬਾਤ ਦੇ ਇਸ ਦੌਰ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਇੱਕ ਹੋਰ ਖਾਸ ਸ਼ਖਸੀਅਤ ਦੇ ਕੋਲੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਵਾਉਣ ਦੇ ਲਈ। ਸੋ ਦੋਸਤੋ, ਗੱਲਬਾਤ ਦਾ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਉਸ ਸ਼ਖਸੀਅਤ ਦਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸੋ ਸਾਡੇ ਨਾਲ ਨੇ SGPC ਮੈਂਬਰ ਜਥੇਦਾਰ ਸਰਦਾਰ ਬਲਦੇਵ ਸਿੰਘ ਜੀ ਚੁੰਗਾ ਸਾਹਿਬ। ਚੁੰਗਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਚੁੰਗਾ ਸਾਹਿਬ, ਚੜ੍ਹਦੀ ਕਲਾ ਦੇ ਵਿੱਚੋਂ ਪਹਿਲਾਂ ਤਾਂ ਮੈਂ ਤੁਹਾਡਾ ਜਸ ਜੀ ਤੁਹਾਡਾ ਥੈਂਕ ਯੂ ਕਰਦਾ, ਤੁਹਾਨੂੰ ਜੀ ਆਇਆਂ ਕਹਿਣਾ। ਦੂਸਰਾ ਮੈਂ ਫੇਰ ਤੁਹਾਡਾ ਜਿੱਥੇ ਧੰਨਵਾਦ ਕਰਦਾ, ਉੱਥੇ ਤੁਹਾਡੀ ਸਾਰੇ ਜਿਹੜੇ ਸਰੋਤੇ ਨੇ, ਸਾਡੇ ਸਾਰੇ ਪੰਜਾਬੀ ਭਰਾਵਾਂ ਨੂੰ, ਗੁਰਸਿੱਖ ਭਰਾਵਾਂ ਨੂੰ ਮੈਂ ਦੁਬਾਰਾ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਮੇਰਾ ਹਾਲ ਚਾਲ ਪੁੱਛਿਆ, ਉਹਦਾ ਜਹ ਜੀ ਹਮੇਸ਼ਾ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਹੀ ਹੁੰਦਾ। ਜੈਸੇ ਸਾਡਾ ਸਵੇਰੇ ਅਰਦਾਸ ਕਰਦੇ ਹਾਂ ਅਸੀਂ, ਨਾਨਕ ਨਾਮ ਚੜ੍ਹਦੀ ਕਲਾ,
ਉਹ ਚੜ੍ਹਦੀ ਕਲਾ ਦੇ ਵਿੱਚ ਹੀ ਹੁੰਦੀ ਹੈ। ਜੀ। ਗੁਰੂ ਮਹਾਰਾਜ ਦੀ ਕਿਰਪਾ, ਗੁਰਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਹੁੰਦਾ, ਜੀ। ਤੇ ਮੈਂ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ। ਆਪਾਂ ਗੱਲਬਾਤ ਅੱਗੇ ਤੁਰਨ ਤੋਂ ਪਹਿਲਾਂ ਚੁੰਗਾ ਸਾਹਿਬ ਥੋੜਾ ਜਿਹਾ ਇੱਕ ਨਿੱਜੀ ਸਵਾਲ ਮੈਂ ਤੁਹਾਨੂੰ ਜ਼ਰੂਰ ਕਰੂੰਗਾ। ਚੁੰਗਾ ਸਾਹਿਬ, ਮੈਂ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਕਰਨਾ ਚਾਹਣਾ ਕਿ ਐਸਜੀਪੀਸੀ ਦੇ ਵਿੱਚ ਤੁਹਾਡਾ ਦੌਰ ਕਦੋਂ ਸ਼ੁਰੂ ਹੋਇਆ? ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐਸਜੀਪੀਸੀ ਦੇ ਵਿੱਚ ਬਤੌਰ ਮੈਂਬਰ ਸੇਵਾਵਾਂ ਦਿੰਦਿਆਂ ਨੂੰ? ਮੈਨੂੰ 17 ਸਾਲ ਹੋ ਗਏ ਜੀ, ਮੇਰੀ ਸੈਕੰਡ ਟਰਮ ਹੈ। ਦੂਸਰੀ ਵਾਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ। ਪਹਿਲੀ ਇਲੈਕਸ਼ਨ 5 ਸਾਲਾਂ ਬਾਅਦ ਹੋਈ ਸੀ, ਦੂਸਰੀ ਵਾਰ ਇਲੈਕਸ਼ਨ ਨੂੰ 12-13 ਸਾਲ ਚੱਲ ਰਹੇ ਨੇ, ਤੇ ਉਸ ਤੋਂ ਮੈਂ ਉਹ ਲਗਾਤਾਰ ਉਹਨਾਂ ਦੂਸਰੀ ਟਰਮ ਆ ਮੇਰੀ, ਮੈਂ ਹਲਕਾ ਭਦੌੜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ ਜੀ। ਜਿਹੜੀ ਗੱਲ ਸਿੱਖੀ ਨਾਲ ਜੁੜਨ ਦੀ ਗੱਲ ਹੈ, ਜਾਂ ਆਪਾਂ ਇਹ ਗੱਲ ਕਹਿ ਲਈਏ ਬਈ ਬੰਦੇ ਨੂੰ ਇਹਨਾਂ ਗੱਲਾਂ ਦਾ ਧਿਆਨ ਗਿਆਨ ਹੋਣਾ, ਉਹ ਇਹ ਆ ਵੀ ਮੇਰੇ ਬਚਪਨ ਦੇ ਵਿੱਚ 1974 ਦੇ ਵਿੱਚ ਮੇਰਾ 60 ਦਾ ਵਰਤ ਹੈ। 1974 ਦੇ ਵਿੱਚ ਮੈਂ ਗੁਰੂ ਘਰ ਜਦੋਂ ਛੋਟਾ ਸੀ, ਮੇਰੇ ਮਾਪਿਆਂ ਦੇ ਨਾਲ, ਮੇਰੇ ਮਾਤਾ ਪਿਤਾ ਨਾਲ ਜਾਂਦਾ ਸੀ, ਉਦੋਂ ਤੋਂ ਜੁੜਿਆ ਜੀ। ਉਦੋਂ ਤੋਂ ਮੈਨੂੰ ਗੁਰੂ ਘਰੇ ਜਾਣ ਦਾ, ਸੱਚੇ ਪਾਤਸ਼ਾਹ ਦੇ ਕੋਲੇ ਜਾਣ ਦਾ, ਬਾਣੀ ਪੜ੍ਹਨ ਦਾ ਜਿਹੜਾ ਮੇਰਾ ਮਨ ਸੀ, ਮੇਰਾ ਸ਼ੌਕ ਸੀ ਜੀ। ਉਸ ਕਾਰਨ ਕਰਕੇ ਗੁਰੂ ਘਰ ਦੇ ਨਾਲ ਜੁੜਨ ਕਰਕੇ ਜਦੋਂ ਪੰਜਾਬ ਮੋਰਚਾ, ਧਰਮ ਯੁੱਧ ਮੋਰਚਾ ਚੱਲਿਆ, ਧਰਮ ਯੁੱਧ ਮੋਰਚੇ ਦੇ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ, ਆਪਣੇ ਡਿਸਟ੍ਰਿਕਟ ਦੇ ਜ਼ਿਲ੍ਹੇ ਦੇ ਸੀਗੇ ਜੀ। ਉਹਨਾਂ ਦਾ ਕਾਰਨ ਕਰਕੇ ਆਪਣੇ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਬਹੁਤ ਜਿਹੜੇ ਨੌਜਵਾਨ ਸੱਜਣ ਜਾਂਦੇ ਸੀ, ਉਹਨਾਂ ਕਰਕੇ ਉਦੋਂ ਧਰਮ ਯੁੱਧ ਮੋਰਚੇ ਦੇ ਵਿੱਚ ਜਾਣਾ ਸ਼ੁਰੂ ਕੀਤਾ। ਧਰਮ ਯੁੱਧ ਮੋਰਚੇ ਜਾਣ ਕਰਕੇ ਹੀ ਜਿਹੜਾ ਦਰਬਾਰ ਸਾਹਿਬ ਦੇ ਨਾਲ ਜਿਹੜੀ ਅਟੈਚਮੈਂਟ ਉਸ ਸਮੇਂ ਤੋਂ ਹੀ ਬਹੁਤ ਜ਼ਿਆਦਾ ਸੀ। ਉਦੋਂ ਤੋਂ ਹੀ ਖਿਆਲ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ। ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ, ਉਹ ਸਿੱਖਾਂ ਦੀ ਬਾਹਰ ਇੱਕ ਸਿਆਸੀ ਪਾਰਟੀ ਹੈ ਜਿਹੜੀ ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ, ਪੰਜਾਬੀਅਤ ਵਾਸਤੇ ਜਿਹੜੀ ਹਮੇਸ਼ਾ ਸੰਘਰਸ਼ ਕਰਦੀ ਰਹੀ ਹੈ। ਉਦੋਂ ਤੋਂ ਮੇਰਾ ਇਹਨਾਂ ਨੂੰ ਜਸ ਜੀ, ਉਦੋਂ ਤੋਂ ਮੇਰਾ ਇਹਨਾਂ ਗੱਲਾਂ ਬਾਰੇ ਬਹੁਤ ਧਿਆਨ ਸੀ। ਚੁੰਗਾ ਸਾਹਿਬ, ਤੁਸੀਂ ਦੱਸਿਆ ਕਿ ਤੁਹਾਨੂੰ 17 ਸਾਲ ਹੋ ਗਏ, ਤੇ ਪਿਛਲੇ ਸਮੇਂ ਦੇ ਵਿੱਚ 17 ਸਾਲ ਬਾਅਦ ਅਜਿਹਾ ਕੀ ਹੋਇਆ ਕਿ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਰਖਾਸਤ ਕਰ ਦਿੱਤਾ ਗਿਆ? ਇਹੋ ਜਿਹੀ ਕੀ ਗੱਲ ਹੋਈ? ਉਹ ਅਸਲ ਦੇ ਵਿੱਚ ਤਾਂ ਨਾ ਜੀ ਗੱਲ ਇਹ ਸੀ ਬਈ, ਬੇਸ਼ੱਕ ਮੈਨੂੰ ਤੁਹਾਨੂੰ ਦੱਸਿਆ ਵੀ ਤਕਰੀਬਨ 40 ਸਾਲ ਹੋ ਗਏ ਅਕਾਲੀ ਦਲ 'ਚ ਕੰਮ ਕਰਦਿਆਂ। ਮੈਂ ਪਹਿਲਾਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਧਰਮ ਦੀ, ਇੱਕ ਅਜਿਹੀ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ, ਇੱਕ ਬਾਹਦ ਪਾਰਟੀ ਹੈ, ਜਿਹਨੇ ਹਮੇਸ਼ਾ ਹੀ ਪੰਜਾਬੀਆਂ ਦੇ ਹਿੱਤਾਂ ਦੇ ਲਈ ਬਹੁਤ ਵੱਡੇ ਸੰਘਰਸ਼ ਕੀਤੇ ਨੇ, ਜਿਨ੍ਹਾਂ ਨੇ ਸਿੱਖੀ ਦੇ ਵਾਸਤੇ ਬਹੁਤ ਵੱਡਾ ਕੰਮ ਕੀਤਾ ਹੈ। ਇਹਨਾਂ ਦੇ ਨਾਲ ਮੈਂ ਜੁੜਿਆ, ਪਰ ਜਿਹੜਾ ਹੁਣ ਜਿਉਂ-ਜਿਉਂ ਨਵਾਂ ਸਮਾਂ ਆਉਂਦਾ ਗਿਆ, ਜਿਹੜੇ ਪੁਰਾਤਨ ਗੁਰਸਿੱਖ ਸੀ, ਸਾਡੇ ਜਥੇਦਾਰ ਸਨ, ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਅੱਜ ਅਸੀਂ ਤਸਵੀਰਾਂ ਦੇਖਦੇ ਹਾਂ, ਉਹਨਾਂ ਦੇ ਸਧਾਰਨ ਪੱਗਾਂ ਦਸਤਾਰਾਂ ਸਜਾਈਆਂ ਸਿਰ ਦੇ ਉੱਤੇ, ਖੱਟੀਆਂ ਉਹਨਾਂ ਦੇ ਜਿਹੜੇ ਨੀਚੇ ਕੇਸਕੀਆਂ ਸਜਾਈਆਂ ਨੇ, ਉੱਪਰ ਦੀ ਕਿਰਪਾਨਾਂ ਪਾਈਆਂ, ਗਲ ਦੇ ਵੀ ਸਰੋਪਾ ਪਾਇਆ, ਜਿਹੜੇ ਲੀਡਰ ਹੁੰਦੇ ਉਹਨਾਂ ਦੇ ਹੱਥਾਂ ਦੇ ਵਿੱਚ ਕਿਰਪਾਨ ਪੜੀ ਹੋਈ ਹੈ, ਉਹ ਜਿਹੜੇ ਸਾਨੂੰ ਜਸ ਜੀ, ਉਹ ਜਿਹੜਾ ਸਾਡੇ ਮਨ ਦੇ ਵਿੱਚ ਇੱਕ ਸਿੱਖੀ ਦਾ ਬਿੰਬ, ਇੱਕ ਗੁਰਸਿੱਖਾਂ ਦਾ, ਅਕਾਲੀਆਂ ਦਾ ਬਿੰਬ ਸੀ ਜੀ। ਦੇਖੋ ਸਮਾਂ ਚੱਲਦਾ ਗਿਆ, ਸਮੇਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਨੇ, ਉਹਦੀ ਅਕਾਲੀ ਦਲ ਦੀ ਬਾਂਗ ਡੋਰ ਹੈ ਜਿਹੜੀ ਉਹਨਾਂ ਦੇ ਹੱਥ ਦੇ ਵਿੱਚ ਆ ਗਈ। ਜਦੋਂ ਉਹਨਾਂ ਦੇ ਹੱਥ ਦੇ ਵਿੱਚ ਆ ਗਈ, ਉਹਨਾਂ ਨੇ ਕੱਲੇ ਕਰਕੇ, ਚਾਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਸੀ, ਇੱਕ ਸਮਾਂ ਆਇਆ ਟੌੜਾ ਸਾਹਿਬ ਸੀ, ਜਾਂ ਹੋਰ ਵੀ ਸੀਗੇ ਜਿਹੜੇ ਪੁਰਾਣੇ ਉਹਨਾਂ ਦੇ ਸਾਥੀ ਕੁਲਦੀਪ ਸਿੰਘ ਬਡਾਲੇ ਵਰਗੇ, ਉਹਨਾਂ ਨੂੰ ਕੱਲੇ ਕਰਕੇ ਦਰਕਰਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਕਾਰਨ ਇਹਦਾ ਕੀ ਹੋਇਆ ਵੀ ਪੁੱਤਰ ਮੋਹ ਦੇ ਵਿੱਚੋਂ ਫਸ ਗਏ। ਸਰਦਾਰ ਸੁਖਬੀਰ ਸਿੰਘ ਬਾਦਲ 95 ਦੇ ਵਿੱਚ ਉਹ ਬਾਹਰੋਂ ਆ ਕੇ ਜਿਹੜੀ ਇਲੈਕਸ਼ਨ, ਉਹਨਾਂ ਨੇ, ਮੈਨੂੰ ਯਾਦ ਆ ਵੀ ਫਰੀਦਕੋਟ ਦੀ ਇਲੈਕਸ਼ਨ ਲੜਦੇ ਨੇ ਉਹ, ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ, ਇੱਕ ਪੁੱਤਰ ਮੋਹ ਦੇ ਵਿੱਚ ਫਸੇ ਹੋਣ ਕਾਰਨ ਉਹਨਾਂ ਨੇ ਅਕਾਲੀ ਦਲ ਦਾ ਜਿਹੜਾ ਅਕੀਦਾ ਸੀ ਉਹਨੂੰ ਪਰੇ ਕਰਕੇ ਆਪਣੇ ਪੁੱਤਰ ਨੂੰ ਕਾਮਯਾਬ ਕਰਨ ਵਾਸਤੇ, ਉਹਨੂੰ ਸਕਸੈਸ ਕਰਨ ਵਾਸਤੇ, ਉਹਨਾਂ ਨੂੰ ਸਫਲ ਕਰਨ ਵਾਸਤੇ ਇਹ ਜਿਹੜਾ ਕਾਰੋਬਾਰ ਆ ਜਿਹੜਾ ਸੀ ਅਕਾਲੀ ਦਲ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ। ਗਾਹੇ ਵਗਾਹੇ ਜਦੋਂ ਵੀ ਕਿਤੇ ਅਸੀਂ ਇਕੱਠੇ ਹੋ ਕੇ ਬੈਠਦੇ ਸੀ, ਗੁਰਸਿੱਖ ਬੈਠਦੇ ਸੀ, ਸ਼੍ਰੋਮਣੀ ਕਮੇਟੀ ਵਾਲੇ ਬੈਠਦੇ ਸੀ, ਜਾਂ ਅਕਾਲੀ ਦਲ ਦੇ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਜਾਂਦੇ ਸੀ, ਕੋਈ ਵੀ ਅਕਾਲੀ ਦਲ ਦਾ ਮੋਰਚਾ ਸੀ, ਕਿਤੇ ਕੋਈ ਰੈਲੀ ਸੀ, ਤੁਸੀਂ ਦੇਖਦੇ ਰਹੇ ਹੋ ਵੀ ਮੈਂ ਹਰ ਗੱਲ ਤੇ ਮੂਹਰੇ ਹੁੰਦਾ ਸੀ। ਮੈਂ ਇਹ ਗੱਲ, ਮੈਨੂੰ ਅੱਜ ਵੀ ਮੈਂ ਮਾਣ ਮਹਿਸੂਸ ਕਰਦਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਤੱਪੜ ਚਾੜ ਕੇ ਵਿਛਾਏ ਨੇ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਕੰਧਾਂ ਦੇ ਉੱਤੇ ਪੋਸਟਰ ਲਾਏ ਨੇ, ਮੈਂ ਸ਼੍ਰੋਮਣੀ ਅਕਾਲੀ ਦਲ ਲਈ ਜਿਹੜੀਆਂ ਹੈ ਪਰਚੀਆਂ ਕੱਟੀਆਂ ਨੇ, ਔਰ ਮੈਨੂੰ ਇਸ ਗੱਲ ਦਾ ਵੀ ਮਾਣ ਆ ਵੀ ਮੇਰੇ ਆਪ ਦੇ ਪਿੰਡ ਦੇ ਵਿੱਚ ਵੀ ਅਕਾਲੀ ਦਲ 1-2 ਵਾਰ ਤੋਂ ਬਿਨਾਂ, ਜਦੋਂ ਤੋਂ ਮੈਂ ਸੇਵਾ ਕਰਨਾ ਚਾਹਿਆ, 1-2 ਵਾਰ ਤੋਂ ਬਿਨਾਂ ਤਾਂ ਹਮੇਸ਼ਾ ਅਕਾਲੀ ਦਲ ਹੈ ਜਿਹੜਾ ਇੱਥੋਂ ਚੜ੍ਹਦੀ ਕਲਾ ਦੇ ਵਿੱਚ ਅਕਾਲੀ ਦਲ ਦੀ ਵੋਟ ਵੱਧ ਪਈ ਆ। ਅੱਜ ਵੀ ਮੈਨੂੰ ਮਾਣ ਹੈ ਵੀ ਪੰਜਾਬ ਦੇ ਵਿੱਚ ਕੋਈ ਸਰਕਾਰ ਕੁਝ ਵੀ, ਅੱਜ ਵੀ ਮੇਰੇ ਪਿੰਡ ਦੇ ਵਿੱਚ ਜਿਹੜੀ ਹੈ ਸਰਕਾਰ, ਆਪਣੀ ਪੰਚਾਇਤ ਆ, ਉਹ ਅਕਾਲੀ ਦਲ ਦੀ ਹੈ, ਸਰਪੰਚ ਤੇ ਮੈਂਬਰ ਸਾਹਿਬ। ਪਰ ਕੀ ਹੋ ਰਿਹਾ ਸੀ, ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਬਾਂਗ ਡੋਰ ਆ ਗਈ, ਇਹਨਾਂ ਨੇ ਮੋਗਾ ਕਾਨਫਰੰਸ ਕੀਤੀ, ਇਹਨਾਂ ਨੇ ਫਿਰ ਇਹ ਸੋਚ ਲਿਆ ਵੀ ਜਿਹੜੇ ਸਿੱਖ ਨੇ, ਜਿਹੜੇ ਸਿੰਘ ਨੇ, ਜਿਹੜੇ ਗੁਰਸਿੱਖ ਨੇ,
ਇਹਨਾਂ ਦੀ ਕੋਈ ਬਾਹਲੀ ਹੁਣ ਲੋੜ ਨਹੀਂ ਰਹੀ। ਹੁਣ ਇਹ ਜਿਹੜੀ ਪੰਜਾਬੀ ਪਾਰਟੀ ਨੂੰ ਬਣਾ ਦਿਓ, ਇਹਨੂੰ ਇਹ ਪਾਰਟੀ ਨੂੰ ਅਕਾਲੀ ਦਲ ਨਾ ਰਹਿਣ ਦਿਓ, ਇਹਨੂੰ ਪੰਜਾਬੀ ਪਾਰਟੀ ਬਣਾ ਦਿਓ। ਪੰਜਾਬੀ ਪਾਰਟੀ ਬਣਾਉਣ ਕਰਕੇ ਉਹਨਾਂ ਨੇ ਵਿੱਚ ਫਿਰ ਜਿਹੜਾ ਸਾਡਾ ਉਹ ਸੱਭਿਆਚਾਰ ਸੀ, ਜਿਹੜਾ ਜਿਸ ਤਰ੍ਹਾਂ ਮੈਂ ਵਰਣਨ ਕੀਤਾ ਵੀ ਇਸ ਤਰ੍ਹਾਂ ਦੇ ਗੁਰਸਿੱਖ ਸੀ, ਇਸ ਤਰ੍ਹਾਂ ਦੇ ਜਥੇਦਾਰ ਸੀ, ਜਿਹੜੀਆਂ ਸਾਡੀਆਂ ਸਟੇਜਾਂ ਦੇ ਉੱਤੇ ਢਾਡੀ ਲੱਗਦੇ ਸੀ, ਕੀਰਤਨ ਹੁੰਦਾ ਸੀ, ਉੱਥੇ ਢਾਡੀ 12 ਗਾਉਂਦੇ ਸੀ, ਉਹ ਸਟੇਜਾਂ ਦੇ ਉੱਤੇ ਜਿਹੜੇ ਸੀ, ਮੈਂ ਨਫ਼ਰਤ ਨਹੀਂ ਕਰਦਾ ਸਾਡੇ ਜਿਹੜੇ ਪਤਿਤ ਬੱਚੇ ਆ ਜਿਨ੍ਹਾਂ ਦੇ ਸਿਰ ਮੁੰਨੇ, ਜਾਂ ਮੈਂ ਨਫ਼ਰਤ ਕਿਸੇ ਨੂੰ ਨਹੀਂ ਕਰਦਾ, ਪਰੰਤੂ ਜੋ ਗੱਲ ਹੈ ਉਹ ਅਸਲੀਅਤ ਕਿਵੇਂ ਵਾਪਰਦੀ ਆ ਮੈਂ ਉਹ ਤੁਹਾਡੇ ਨਾਲ ਜ਼ਿਕਰ ਕਰ। ਉਹ ਜਿਹੜੇ ਬੱਚੇ ਸੀ, ਉਹ ਨੌਜਵਾਨ ਸੀ, ਉਹ ਸਟੇਜਾਂ ਦੇ ਉੱਤੇ ਆਉਣੇ ਸ਼ੁਰੂ ਹੋ ਗਏ। ਉਹਨਾਂ ਨੇ ਫਿਰ ਕੀ ਕਿਹਾ, ਜਿਹੜਾ ਸਾਡਾ ਅਕਾਲੀ ਦਲ ਦੀ ਸਟੇਜਾਂ ਦੇ ਉੱਤੇ ਕਦੇ ਕੀਰਤਨ ਹੁੰਦਾ ਸੀ, ਢਾਡੀ 12 ਗਾਉਂਦੇ ਸੀ, ਢਾਡੀ ਸਿੰਘ, ਉਹਨਾਂ ਦੀ ਜਗ੍ਹਾ ਗਾਉਣ ਵਾਲਿਆਂ ਨੇ ਲੈ ਲਈ। ਤੁਸੀਂ ਦੇਖਦੇ ਰਹੇ ਹੋ ਵੀ ਜਦੋਂ ਪੰਜਾਬ ਦੇ ਵਿੱਚ ਕਬੱਡੀ ਕੱਪ ਹੁੰਦਾ ਰਿਹਾ ਤਾਂ ਬੰਬੇ ਦੇ ਉੱਤੋਂ ਅਕਸ਼ੈ ਵਗੈਰਾ ਉਹ ਜਿਹੜੇ ਸੀਗੇ ਉੱਥੋਂ ਐਕਟਰਾਂ ਨੂੰ, ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਬੁਲਾ ਕੇ ਜਿਹੜੀ ਉਹਨਾਂ ਨੂੰ ਪੇਸ਼ਕਾਰੀ ਕਰਾਉਂਦਾ ਸੀ ਉਹਨਾਂ ਤੋਂ। ਉਹਦੇ ਕਾਰਨ ਕਰਕੇ ਕੀ ਹੋਇਆ, ਜਿਹੜੇ ਨਵੇਂ ਲੋਕ ਜਿਨ੍ਹਾਂ ਨੂੰ ਧਰਮ ਦਾ ਊੜਾ ਆੜਾ ਵੀ ਨਹੀਂ ਸੀ ਆਉਂਦਾ, ਉਹ ਧਰਮ ਸ਼੍ਰੋਮਣੀ ਅਕਾਲੀ ਦਲ ਜਿਹੜੀ ਧਾਰਮਿਕ ਪਾਰਟੀ ਸੀ ਉਹਦੇ ਵਿੱਚ ਦਖਲਅੰਦਾਜ਼ੀ ਸ਼ੁਰੂ ਹੋ ਗਈ। ਉਹ ਦਖਲਅੰਦਾਜ਼ੀ ਦੇ ਨਾਲ ਜਿਹੜਾ ਸੁਹਿਰਦ ਸਿੱਖ ਸੀ, ਜਿਹੜੇ ਪੁਰਾਤਨ ਬੰਦੇ ਸਾਡੇ ਵਰਗੇ, ਉਹ ਅਸੀਂ ਸੋਚਦੇ ਸੀ ਵੀ ਇਹ ਕੀ ਹੋਣਾ ਸ਼ੁਰੂ ਹੋ ਗਿਆ, ਉਹ ਸਾਡਾ ਸੱਭਿਆਚਾਰ ਕਿਵੇਂ ਚੇਂਜ ਹੋ ਗਿਆ। ਉਹਦੇ ਕਾਰਨ ਕਰਕੇ ਅੰਦਰ ਇੰਟਰਨਲ ਇਹ ਗੱਲਾਂ ਸਾਰੀਆਂ ਆਉਂਦੀਆਂ ਰਹਿੰਦੀਆਂ ਸੀ ਵੀ ਇਹ ਨਹੀਂ ਹੁੰਦਾ। ਦੁਖਾਂਤ ਇਹ ਵਾਪਰਿਆ ਵੀ 2015 ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ। ਸਰੂਪ ਚੋਰੀ ਹੋਣ ਤੋਂ ਬਾਅਦ ਸਰਸੇ ਵਾਲੇ ਸੌਦਾ ਸਾਹਿਬ ਦੇ ਚੇਲਿਆਂ ਨੇ ਇਹ ਚੈਲੰਜ ਕਰਕੇ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ, ਤੁਸੀਂ ਆਓ, ਆ ਕੇ ਆਪਦਾ ਗੁਰੂ ਸਾਡੇ ਕੋਲ ਲੈ ਕੇ ਦਿਖਾਓ, ਨਹੀਂ ਅਸੀਂ ਇਹਨਾਂ ਦੀ ਬੇਪਤੀ ਕਰਾਂਗੇ। ਉਹਨਾਂ ਨੇ ਬੇਪਤੀ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਅੰਗ ਸੀ ਜਿਹੜੇ ਗਲੀਆਂ ਨਾਲੀਆਂ ਰੂੜੀਆਂ ਦੇ ਵਿੱਚ ਸੁੱਟੇ, ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ। ਉਹ ਸਿੱਖ ਜਗਤ ਦੇ ਵਿੱਚ ਬਹੁਤ ਵੱਡਾ ਰੋਸ ਪੈਦਾ ਹੋ ਗਿਆ ਵੀ ਮਹਾਰਾਜ ਦੀ ਬੇਅਦਬੀ ਹੋ ਗਈ। ਬਲਦੀ ਦੇ ਉੱਤੇ ਤੇਲ ਸੁਖਵੀਰ ਸਿੰਘ ਬਾਦਲ ਨੇ ਸਿੰਘ ਸਾਹਿਬ ਨੂੰ ਬੁਲਾਉਂਦਾ ਉੱਥੇ ਚੰਡੀਗੜ੍ਹ, ਉਹਨਾਂ ਦੀ ਵਾਮ ਰੋਡ ਦਾ, ਬਿਨਾਂ ਮਾਫੀ ਮੰਗਿਆ ਕਿ ਗਿੱਦੜ ਚਿੱਠੀ ਫੜਾਉਂਦਾ ਕਿ ਆਹ ਲੈ ਜਾਓ ਸਿੰਘ ਸਾਹਿਬ, ਜਾ ਕੇ ਸਰਸੇ ਵਾਲੇ ਨੂੰ ਮਾਫ ਕਰ ਦਿਓ, ਉਹਨੇ ਮਾਫੀ ਮੰਗੀ ਆ। ਉਹਨਾਂ ਨੇ ਉਹ ਜਿਹੜੀ ਸਿੰਘ ਸਾਹਿਬ ਸੀ ਉਹ ਮਜਬੂਰ ਹੋਏ, ਨਿੰਮੋ ਝਾਣੇ ਹੋਏ ਚਿੱਠੀ ਲੈ ਕੇ ਆ ਗਏ, ਬਿਨਾਂ ਮੰਗੀ ਮਾਫੀ ਦੇ ਦਿੰਦੇ ਆ। ਫਿਰ 90 ਲੱਖ ਦੇ ਇਸ਼ਤਿਹਾਰ ਆ ਜਸਟੀਫਾਈ ਉਹ ਮਾਫੀ ਨੂੰ ਕਰਾਉਣ ਵਾਸਤੇ 90 ਲੱਖ ਦੇ ਇਸ਼ਤਿਹਾਰ ਦਿੱਤੇ ਜਾਂਦੇ। ਇਹ ਜਿਹੜਾ ਸਾਰਾ ਕੁਝ ਸੀ ਇਹਦੇ ਚ ਹਰ ਸੁਹਿਰਦ ਸਿੱਖ, ਚਾਹੇ ਉਹ ਅਕਾਲੀ ਦਲ ਚ ਬੈਠਾ ਸੀ, ਚਾਹੇ ਉਹ ਅਕਾਲੀ ਦਲ ਤੋਂ ਬਾਹਰ ਸੀ, ਉਹ ਤਕਲੀਫ ਦੇ ਵਿੱਚ ਸੀ ਵੀ ਜਿਹੜੀ ਪਾਰਟੀ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਜ਼ਤ ਸਤਿਕਾਰ ਵਾਸਤੇ ਸੀਸ ਦਿੱਤੇ ਨੇ, ਸਾਰਾ ਕੁਝ ਕੀਤਾ, ਕੁਰਬਾਨੀਆਂ ਕੀਤੀਆਂ ਨੇ, ਉਹ ਪਾਰਟੀ ਅੱਜ ਕਿਹੜੇ ਪਾਸੇ ਬੈਠ ਗਈ ਆ। ਇਹ ਗੱਲਾਂ ਸੀ ਜਿਹੜੀਆਂ ਜਸ ਜੀ ਇੰਟਰਨਲ ਤੰਗ ਕਰਦੀਆਂ ਸੀ। ਇਹ ਸੀ ਬਾਰ-ਬਾਰ ਮਨ ਦੇ ਵਿੱਚ ਆਉਂਦਾ ਸੀ ਵੀ ਕੀ ਹੋ ਰਿਹਾ ਸੀ, ਉਸ ਪਾਰਟੀ ਦੇ ਵਿੱਚ ਬੈਠੇ ਜਿਸ ਪਾਰਟੀ ਦੇ ਵਿੱਚ ਆ ਸਾਰਾ ਕੁਝ ਹੋ ਰਿਹਾ, ਪਰੰਤੂ ਲੰਬੇ ਸਮੇਂ ਤੋਂ ਨਾਲ ਰਹਿਣ ਕਰਕੇ, ਪਾਰਟੀ ਦੀਆਂ ਵਫਾਦਾਰੀਆਂ ਕਰਕੇ, ਕੁਝ ਸਾਡੇ ਨਿੱਜੀ ਹਿੱਤ ਵੀ ਹੁੰਦੇ ਨੇ ਜੁੜੇ ਹੋਏ ਨੇ, ਜਿੱਥੇ ਬੰਦੇ ਦੀਆਂ ਆਪਦੀਆਂ ਲਾਲਸਾਵਾਂ ਹੁੰਦੀਆਂ ਨੇ। ਮੈਂ ਵੀ ਉਹਨਾਂ ਲਾਲਸਾਵਾਂ ਦੇ ਅਧੀਨ ਸੀ, ਮੈਂ ਕੋਈ ਵੱਖਰਾ ਮਨੁੱਖਤਾ ਹੈ। ਮੈਂ ਤੁਹਾਨੂੰ ਇਹੀ ਸਵਾਲ ਕਰਨ ਲੱਗਿਆ, ਤੁਸੀਂ ਉਹਦਾ ਜਵਾਬ ਹੁਣ ਦੇਤਾ, ਕਿਉਂਕਿ ਜਿੱਦੇ ਉਹਦੇ ਆਪਣਾ ਬੀਬੀ ਜਗੀਰ ਕੌਰ ਜੀ ਵੀ ਸਪੀਚ ਕਰ ਰਹੇ ਸੀਗੇ, ਜਾਂ ਮੈਂ ਪਿਛਲਾ ਇੰਟਰਵਿਊ ਜਥੇਦਾਰ ਢਿੱਲੋਂ ਸਾਹਿਬ ਹੋਰਾਂ ਦਾ ਕੀਤਾ ਹੈ ਰਾਮਪੁਰੇ ਤੋਂ, ਤੇ ਉਦੋਂ ਥੱਲੇ ਕਮੈਂਟ ਆਏ ਸੀਗੇ, ਕਹਿੰਦੇ ਵੀ ਹੁਣ ਸਾਰੇ ਜਾਣਿਆਂ ਨੂੰ ਕਮੀਆਂ ਦਿਸਣ ਲੱਗ ਗਈਆਂ, ਹੁਣ ਉਹ ਸਾਰੇ ਢਾਂਚੇ ਦੇ ਉੱਤੇ ਸਵਾਲ ਚੱਕ ਰਹੇ ਆ, ਪਰ ਜਦੋਂ ਵੀ ਸਮਾਂ ਸੀ ਉਦੋਂ ਕੋਈ ਕਿਉਂ ਨਹੀਂ ਬੋਲਿਆ। ਜਾਂ ਵੀ ਹੁਣ ਇਹ ਸੀ ਵੀ ਉਦੋਂ ਅਕਾਲੀ ਦਲ ਜਿਹੜਾ ਤਾਕਤ ਦੇ ਵਿੱਚ ਸੀਗਾ, ਉਹਨਾਂ ਕੋਲੇ ਸੱਤਾ ਸੀ ਵੀ ਸਾਰੇ ਜਾਣੇ ਵਜ਼ੀਰੀਆਂ ਮਾਣ ਕੇ, ਤੇ ਹੁਣ ਜਦੋਂ ਅਕਾਲੀ ਦਲ ਕਮਜ਼ੋਰ ਹੋ ਗਿਆ ਤੇ ਹੁਣ ਉਹ ਸਾਰਿਆਂ ਨੂੰ ਕਮੀਆਂ ਦਿਸਣ ਲੱਗ ਗਈਆਂ। ਇਹ ਕਮੈਂਟ ਆ ਰਹੇ ਸੀ। ਇਹ ਗੱਲ ਬਿਲਕੁਲ ਲੋਕ ਜੋ ਸੰਗਤ ਕਹਿੰਦੀ ਉਹਨਾਂ ਦੀ ਗੱਲ ਬਿਲਕੁਲ ਦਰੁਸਤ ਆ। ਮੈਂ ਆਪ ਦੀ ਗੱਲ ਆਪ ਹੀ ਕਹਿ ਦਿੱਤੀ ਵੀ ਸਾਡੇ ਲਾਲਚ ਸੀ, ਮੈਂ ਵੀ ਉਹ ਲਾਲਚ ਦੇ ਵਿੱਚ ਸੀ। ਸਾਡਾ ਇਹ ਵੀ ਸੀਗਾ ਇੱਕ ਪਾਰਟੀ ਦੇ ਵਿੱਚ ਤੁਸੀਂ 40 ਸਾਲ ਤੋਂ ਰਹਿੰਦੇ ਹੋ, ਉਹਦੇ ਵਿੱਚ ਬੰਦਾ ਕੀ ਕਰੇ, ਫੈਸਲਾ ਕਿਵੇਂ ਕਰੇ। ਦੂਸਰੀ ਗੱਲ ਮੈਂ ਤੁਹਾਨੂੰ ਹੋਰ ਜਾ ਸੀ, ਅਸੀਂ ਲੋਕ ਬੋਲਦੇ ਸੀ ਪਰ ਸਾਡੇ ਕੋਲ ਸੁਣਦਾ ਕੋਈ ਨਹੀਂ ਸੀ। ਤੁਸੀਂ ਹੁਣੀ ਦੇਖਿਆ ਨਾ, ਮੈਨੂੰ ਇਜਲਾਸ ਦੇ ਵਿੱਚ ਬੋਲਣ ਨਹੀਂ ਦਿੱਤਾ, ਮੈਨੂੰ ਮੇਰਾ ਮੈਕ ਬੰਦ ਕਰਤਾ। ਇਹ ਸਾਨੂੰ ਕਦੋਂ ਬੋਲਣ ਦੀ, ਅਸੀਂ ਬੋਲਦੇ ਸੀ, ਇੰਟਰਨਲ ਅਸੀਂ ਬੋਲਦੇ ਸੀ, ਪਰੰਤੂ ਜਿਹੜੇ ਸੀ ਬਹੁਤ ਕੁਝ ਬੰਦੇ ਨੂੰ ਛੱਡਣ ਵਾਸਤੇ। ਇੱਕ ਗੱਲ ਮੈਂ ਹੋਰ ਵੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ, ਜੇ ਤਾਂ ਮੈਂ ਅਕਾਲੀ ਦਲ ਤੋਂ ਪਾਸੇ ਹੋ ਕੇ ਕਿਤੇ ਆਪ ਵਾਲਿਆਂ ਚ, ਕਿਤੇ ਬੀਜੇਪੀ ਚ, ਜਾਂ ਮੈਂ ਕਾਂਗਰਸ ਦੇ ਵਿੱਚ, ਜਾਂ ABCD ਪਾਰਟੀ ਚ ਗਿਆ, ਫਿਰ ਤਾਂ ਹੋ ਸਕਦਾ ਵੀ ਬਲਦੇਵ ਸਿੰਘ ਇੱਧਰੋਂ ਛੱਡਿਆ ਤੇ ਉੱਧਰ ਜਾ ਵੜਿਆ ਛਾਲ ਮਾਰ ਕੇ, ਉੱਧਰ ਲਾਲਚ। ਮੇਰਾ ਤਾਂ ਲਾਲਚ ਕੋਈ ਹੈ ਹੀ ਨਹੀਂ। ਜਦੋਂ ਤੁਸੀਂ ਬੋਲ ਰਹੇ ਸੀ, ਜਦੋਂ ਤੁਹਾਡਾ ਮਾਈਕ ਬੰਦ ਕੀਤਾ ਗਿਆ, ਉਦੋਂ ਤੁਹਾਡੇ ਉੱਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਵੀ ਸਰਕਾਰ ਦੀ ਬੋਲੀ ਬੋਲ ਰਹੇ ਹੋ, ਤੇ ਉਹ ਕਿੰਨਾ ਕੁ ਸੱਚਾਈ ਹੈ ਉਹ ਚੀਜ਼? ਮੈਂ ਮਾੜੀ ਜਿਹੀ ਮੇਰੇ ਨਾਲ ਗੱਲ ਵਿਚਕਾਰ ਰਹਿ ਗਈ। ਉਹ ਜਿਹੜੀਆਂ ਸਾਰੀਆਂ ਗੱਲਾਂ ਸੀ ਨਾ ਜਿਹੜੀਆਂ ਮੈਂ ਕਰੀਆਂ ਨੇ ਗੁਰੂ ਗ੍ਰੰਥ ਸਾਹਿਬ ਵਾਲੀਆਂ, ਉਹਨਾਂ ਤੋਂ ਤਕਲੀਫ ਸੀ।
ਜੀ ਇਨ ਪੀਰੀਅਡ ਕੀ ਹੋ ਜਾਂਦਾ ਬਈ ਵਿਸਾਖੀ ਆਉਂਦੀ ਆ ਪਿਛਲੇ ਸਾਲ ਦੀ, ਮੈਂ ਉਸ ਵਿਸਾਖੀ ਦੇ ਉੱਤੇ ਦਮਦਮਾ ਸਾਹਿਬ ਸੀ, ਉੱਥੇ ਕੁਦਰਤ ਦੀ ਗੱਲ ਮੌਕਾ ਮੇਲ ਵੀ ਭਗਵੰਤ ਮਾਨ ਨੂੰ ਸਰੋਪਾ ਮੈਂ ਦਿੱਤਾ ਜੀ। ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਸ਼ਰਾਬ ਪੀਤੀ ਆ। ਮੈਨੂੰ ਜਦੋਂ ਤੁਹਾਡੇ ਵਰਗੇ ਪ੍ਰੈਸ ਵਾਲਿਆਂ ਨੇ ਸੱਜਣਾ ਨੇ ਕਿਹਾ ਵੀ ਯਾਰ ਮੈਂ ਡਾਕਟਰ ਤਾਂ ਹੈ ਨਹੀਂ, ਉਹਦਾ ਕੋਈ ਸੈਂਪਲ ਲੈਂਦਾ, ਮੈਨੂੰ ਉਹਦੇ ਕੋਲ ਮੈਂ ਨੇੜੇ ਮੂੰਹ ਕਰਕੇ ਉਹਨਾਂ ਦੇ ਸਰੋਪਾ ਪਾਇਆ, ਮੈਨੂੰ ਉਹਦੇ ਮੂੰਹ 'ਚ ਕੋਈ ਸੈਂਟ ਨਹੀਂ ਆਈ। ਮੈਂ ਇਹ ਗੱਲ ਕਹਿ ਦਿੱਤੀ, ਉਹਨਾਂ ਨੇ ਇਸ ਗੱਲ ਦੇ ਉੱਤੋਂ ਮੇਰੇ ਤੋਂ ਖਿੱਚ ਗਏ ਜੀ। ਜਿੱਥੋਂ ਗੱਲ ਸ਼ੁਰੂ ਹੋਈ ਆ, ਅਸਲ ਦੇ ਵਿੱਚ ਹੋਰ ਗੱਲਾਂ ਦੇ ਪਿੱਛੇ ਸੀ, ਉਹ ਮੇਰੇ ਸੱਚ ਬੋਲਣ ਤੋਂ ਖਿੱਚ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਕਹੇ ਮੇਰੇ ਤੇ ਪ੍ਰੈਸ਼ਰ ਪਾਇਆ, ਇੰਟਰਨਲ ਮੇਰੇ ਕੋਲ ਬੰਦੇ ਭੇਜੇ ਵੀ ਕਹੇ ਸ਼ਰਾਬ ਪੀਤੀ। ਮੈਂ ਕਿਹਾ ਵੀ ਅਗਰ ਉਹਦੀ ਸ਼ਰਾਬ ਪੀਤੀ ਸੀ ਮੈਂ ਉਹਨੂੰ ਸਰੋਪਾ ਪਾਉਣਾ, ਫਿਰ ਮੇਰੇ ਵਰਗਾ ਤਾਂ ਕਿਰਤਕਣ ਕੋਈ ਹੋ ਹੀ ਨਹੀਂ ਸਕਦਾ। ਮੈਂ ਫਿਰ ਉਹਦੀ ਬਾਂਹ ਕਿਉਂ ਨਾ ਫੜੀ ਉੱਥੇ ਵੀ ਤੇਰੀ ਦਾਰੂ ਪੀ ਕੇ ਤੂੰ ਦਰਬਾਰ ਸਾਹਿਬ ਚਾਹੇ ਮੁੱਖ ਮੰਤਰੀ ਚਾਹੇ ਪ੍ਰਾਈਮ ਮਿਨਿਸਟਰ ਹੋਵੇ, ਪਰੰਤੂ ਮੈਂ ਜੋ ਜਜਮੈਂਟ ਹੀ ਸੀ ਮੇਰੀ, ਮੈਂ ਨਹੀਂ ਸੀ, ਮੈਨੂੰ ਇਹ ਕੁਝ ਵੀ ਮਰਜ਼ੀ ਕਹੀ ਜਾਣ। ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਨਿਹੰਗ ਸਿੰਘਾਂ ਦੇ ਗਿਆ, ਬੁੰਗਾ ਮਸਤੂਆਣੇ ਦੇ ਗਿਆ, ਹਜ਼ਾਰਾਂ ਲੋਕਾਂ ਦੇ ਵਿੱਚ ਲੰਘਿਆ, ਫਿਰ ਕੋਈ ਤਾਂ ਬੰਦਾ ਕਹਿੰਦਾ ਵੀ ਮੰਨ ਲਿਆ ਮੈਂ ਤਾਂ ਕਿਤੇ ਕਮੀ ਪੇਸ਼ੀ ਹੋ ਸਕਦੀ ਆ। ਪਰੰਤੂ ਉਹ ਗੱਲਾਂ ਤੋਂ ਖਿਜੇ ਹੋਏ ਅਕਾਲੀ ਦਲ ਨੇ ਮੈਨੂੰ ਅਕਾਲੀ ਦਲ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਜੀ, ਬਰਖਾਸਤ ਕਰ ਦਿੱਤਾ। ਮੈਂ ਇੱਕ ਗੱਲ ਹੋਰ ਵੀ ਸੰਗਤ ਨੂੰ ਮੈਂ ਹਰੇਕ ਗੱਲ 'ਚ ਕਿਹਾ, ਇੱਕ ਤਾਂ ਮੈਂ ਮਾਫੀ ਚਾਹੁੰਦਾ, ਮੈਂ ਹਰ ਥਾਂ ਹੀ ਮੰਗਦਾ ਤੇ ਮੰਗਦਾ ਹੀ ਰਹੂੰ ਆਪਦੀ ਜ਼ਿੰਦਗੀ 'ਚ, ਮੇਰੀ ਗਲਤੀ ਸੀ ਵੀ ਅਸੀਂ ਲੋਕ ਉਦੋਂ ਕਿਉਂ ਨਾ ਛੱਡ ਕੇ ਆਏ ਜਦੋਂ ਪੂਰੀ ਲੋਕ ਸਾਰਾ ਪੰਜਾਬ ਸੜਕਾਂ ਤੇ ਸੀ, ਸਾਡੇ ਤੋਂ ਗਲਤੀ ਹੋਈ, ਮੈਂ ਮਾਫੀ ਮੰਗਦਾ। ਪਰੰਤੂ ਅਸੀਂ ਨਾਲ ਰਹਿੰਦੇ ਸੀ, ਸਾਨੂੰ ਦੱਸਿਆ ਜਾ ਰਿਹਾ ਸੀ ਵੀ ਐਂ ਕਰਾਂਗੇ ਅੰਦਰ ਬਿਠਾ ਕੇ ਇਹ ਠੀਕ ਹੋ ਜਾਊਗਾ, ਇਹਦੇ 'ਚ ਲੋਕ ਆਪਾਂ ਨੂੰ ਬਦਨਾਮ ਕਰਦੇ ਆ, ਬਹੁਤ ਕੁਛ ਸੀ, ਸਾਡੇ ਲਾਲਚ ਵੀ ਸੀਗੇ, ਪਰ ਬਹੁਤ ਕੁਛ ਵੀ ਸੀਗਾ ਜਿੱਥੇ ਕਦੇ ਮਨ ਆਇਆ ਕਹਿੰਦਾ ਸੀ ਵੀ ਸ਼ਾਇਦ ਠੀਕ ਕਹਿੰਦੇ ਨੇ। ਉਹ ਗੱਲਾਂ ਜਿਹੜੀਆਂ ਸਾਰੀਆਂ ਸੀ, ਉਹਦੀ ਮਾਫੀ ਹਮੇਸ਼ਾ ਮੰਗੀ, ਅੱਜ ਵੀ ਮੈਂ ਮਾਫੀ ਮੰਗਦਾ ਵੀ ਅਸੀਂ ਨਾ ਆਏ। ਉਹਦਾ ਕਾਰਨ ਕਰਕੇ ਉੱਥੋਂ ਜਿਹੜੀ ਸੀ, ਜਦੋਂ ਇਹ ਗੱਲ ਇੱਥੇ ਤੱਕ ਚਲੀ ਗਈ, ਫਿਰ ਮੈਨੂੰ ਇਹ ਹੋ ਗਿਆ ਵੀ ਹੁਣ ਮੇਰੇ ਤੇ ਕੋਈ ਜਾਬਤਾ ਨਹੀਂ ਰਿਹਾ, ਮੈਂ ਫਿਰ ਸੱਚ ਬੋਲਣਾ ਸ਼ੁਰੂ ਕਰ ਦਿੱਤਾ, ਜੋ ਇੰਟਰਨਲ ਸੱਚ ਸੀ ਉਹ ਮੈਂ ਸ਼ੁਰੂ ਕਰ ਦਿੱਤਾ। ਮੈਂ ਹਮੇਸ਼ਾ ਇੱਕ ਗੱਲ ਕਹੀ ਆ ਤੁਹਾਡੀ, ਜਿੰਨੇ ਵੀ ਮੇਰੇ ਸੱਜਣ ਇੰਟਰਵਿਊ ਕਰਨਾ, ਵੀ ਇਸ ਤੋਂ ਪਹਿਲਾਂ ਸਾਨੂੰ ਬਲਦੇਵ ਸਿੰਘ ਸੀਗਾ ਉੱਥੇ ਸੁੱਤ ਸਾਨੂੰ ਕੋਈ ਪੁੱਛਦਾ ਨਹੀਂ, ਸਾਡੇ ਮੂਹਰੇ ਤਾਂ ਕੋਈ ਪ੍ਰੈਸ ਵਾਲੇ ਨੇ ਕਦੇ ਮੈਕ ਨਹੀਂ ਸੀ ਕੀਤਾ, ਸਾਡੇ ਕੋਲ ਤਾਂ ਕੋਈ ਅਖਬਾਰ ਵਾਲਾ ਨੁਮਾਇੰਦਾ ਨਹੀਂ ਸੀ ਖੜਦਾ, ਉਹ 5-7 ਬੰਦੇ ਜਿਹੜੇ ਆਉਂਦੇ ਸੀ ਉਹਨਾਂ ਦੇ ਮਗਰ ਖੜਦੇ ਸੀ, ਉਹਨਾਂ ਦੀ ਗੱਲ ਸੁਣ ਕੇ ਚਲੇ ਜਾਂਦੇ ਸੀਗੇ, ਸਾਡੀ ਸੁਣਵਾਈ ਵੀ ਕੋਈ ਨਹੀਂ ਸੀ ਹੁੰਦੀ। ਇਸ ਕਾਰਨ ਕਰਕੇ ਸਾਰਾ ਕੁਝ ਜਿਹੜਾ ਵਾਪਰਿਆ, ਇਸੇ ਕਾਰਨ ਕਰਕੇ ਇਹਨਾਂ ਨੇ ਮੈਨੂੰ ਜਿਹੜਾ ਅਕਾਲੀ ਦਲ ਚੋਂ ਬਾਹਰ ਕਰਤਾ। ਪਰ ਮੈਂ ਅੱਜ ਤੱਕ ਮੈਂ ਇਹ ਗੱਲ ਕਹਿਣਾ, ਮੈਂ ਨਾ ਅਕਾਲੀ ਦਲ ਛੱਡਿਆ, ਨਾ ਮੈਂ ਛੱਡਣਾ, ਨਾ ਮੈਂ ਕੋਈ ਪਾਰਟੀ ਹੋਰ ਜੁਆਇਨ ਕੀਤੀ ਆ, ਨਾ ਮੈਂ ਕੇਅਰ ਕਰਨੀ ਆ। ਕੋਈ ਵੀ ਬੰਦਾ ਮੇਰੀ ਕਿਤੇ ਵੀ ਇਹ ਗੱਲ ਜ਼ਾਹਰ ਕਰਦੇ, ਮੈਂ ਕਿਸੇ ਨਾਲ ਗੱਲ ਕੀਤੇ ਹੋਏ ਮੈਂ ਇੱਧਰ ਛੱਡ ਕੇ ਆ ਜਾਊ, ਮੈਨੂੰ ਤੂੰ ਆਹ ਦੇ ਦੇ, ਤੂੰ ਆਹ ਲੈ ਲਾ, ਮੈਂ ਪੰਥ ਦਾ ਦੇਣਦਾਰ ਹੁਣ, ਚੁੱਪ ਕਰਕੇ ਸਾਰਾ ਕੁਝ ਘਰੇ ਛੱਡ ਕੇ ਬੈਠ ਜੂ। ਮੈਂ ਹਮੇਸ਼ਾ ਵਿਸ਼ਵਾਸ ਦਿਵਾਇਆ ਮੈਂ ਅਕਾਲੀ ਆ, ਮੇਰਾ ਰੌਲਾ ਸੁਖਬੀਰ ਸਿੰਘ ਬਾਦਲ ਨਾਲ ਨਹੀਂ, ਮੇਰਾ ਰੌਲਾ ਸੁਖਬੀਰ ਸਿੰਘ ਬਾਦਲ ਦੇ ਕੀਤੇ ਹੋਏ ਗਲਤ ਕੰਮਾਂ ਦੇ ਨਾਲ ਹੈ ਜੀ। ਮੇਰਾ ਰੌਲਾ ਉਹਨਾਂ ਦੇ ਕੀਤੇ ਹੋਏ ਗਲਤ ਕੰਮਾਂ ਦੇ ਨਾਲ ਆ। ਉਹਨਾਂ ਨੇ ਇੰਨਾ ਕੁਛ ਕਰਾ ਕੇ ਅੱਜ ਤੱਕ ਵੀ ਉਹ ਮਾਫੀ ਨਹੀਂ ਮੰਗਦੇ। ਅੱਜ ਵੀ ਸਿੰਘ ਸਾਹਿਬ ਦੀ ਬਾਂਹ ਮਰੋੜ ਕੇ ਕਹਿੰਦੇ ਨੇ ਵੀ ਮਾਫ ਕਰੋ। ਆਏ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਜਿਹੜੇ ਇਹਨਾਂ ਦੇ ਦਬਾਅ 'ਚ ਨਹੀਂ ਆਏ, ਉਹ ਪਿੱਛੇ ਹਟ ਗਏ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਹੁਣ ਜਿਹੜੀ ਤੁਸੀਂ ਗੱਲ ਮੇਰੇ ਉੱਤੇ ਬੋਲਣ ਦੀ ਗੱਲ ਕਰੀ ਸੀ ਵੀ ਮੇਰੇ ਤੇ ਪ੍ਰਧਾਨ ਸਾਹਿਬ ਮਾਨਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਮੈਨੂੰ ਕਿਹਾ ਵੀ ਤੂੰ ਸੋਲੇ ਗਾਉਣਾ, ਇਹ ਸ਼ਬਦ ਵਰਤਿਆ ਸੀ ਵੀ ਤੂੰ ਸੋਲੇ ਗਾਉਣਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਸਾਰਾ ਕੁਝ ਸੰਗਤ ਨੇ, ਸਾਰੀ ਸੰਗਤ ਨੂੰ ਮੇਰਾ ਸਵਾਲ ਹੈ ਵੀ ਤੁਸੀਂ ਐਂ ਦੱਸੋ ਵੀ ਮੈਂ ਤਾਂ ਅੱਜ ਗੱਲ ਹੀ ਸ਼ੁਰੂ ਕਰੀ ਆ, ਮੈਂ ਤਾਂ ਕਿਤੇ ਗੱਲ ਹੀ ਨਹੀਂ, ਮੈਂ ਤਾਂ ਗੱਲ ਦੀ ਭੂਮਿਕਾ ਹੀ ਬੰਨੀ। ਇਹੀ ਗੱਲ ਕਿਹਾ ਵੀ 17 ਸਾਲਾਂ ਬਾਅਦ ਮੈਨੂੰ ਅੱਜ ਪਹਿਲੀ ਵਾਰ ਇਹ ਡੈਸਕ ਦੇ ਉੱਤੇ ਖੜਨ ਦਾ ਮੌਕਾ ਮਿਲਿਆ ਹੈ, ਮੰਚ ਦੇ ਉੱਤੇ ਮੈਨੂੰ ਬੋਲਣ ਦਾ ਪਹਿਲਾ ਮੌਕਾ ਮਿਲਿਆ। ਮੈਂ ਸਤਿਗੁਰੂ ਦਾ ਧੰਨਵਾਦ ਕਰਦਾ। ਮੈਂ ਤਾਂ ਜੇ ਗੱਲ ਇੱਥੇ ਹੀ ਕਰਦਾ, ਉਹਦੀ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਵੀ ਤੂੰ ਬੈਠ ਜਾ ਬੈਠ ਜਾ ਬੈਠ ਜਾ। ਮੇਰੀ ਕੋਈ ਲੜਾਈ ਥੋੜੋ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਸਨ, ਵੱਡਾ ਥਾਂ ਹੈ, ਤੇਰਾ ਸਿੰਘ ਸਮੁੰਦਰੀ ਹਾਲ, ਸਾਰੇ ਉਹ ਗੁਰੂ ਘਰ ਹੈ। ਸਿੰਘ ਸਾਹਿਬ ਬੈਠੇ ਨੇ, ਸੰਗਤ ਬੈਠੀ, ਮੈਂਬਰ ਸਾਹਿਬ ਬੈਠੇ ਨੇ। ਮੈਂ ਉੱਥੇ ਚੁੱਪ ਕਰ ਗਿਆ ਜੀ, ਮੈਂ ਤਾਂ ਕੋਈ ਉਹਨਾਂ ਨੂੰ ਆਪਤੀ ਨਹੀਂ ਕੀਤੀ। ਮੈਂ ਕਿਹਾ ਵੀ ਜੇ ਨਹੀਂ ਤੁਹਾਨੂੰ ਚੰਗਾ ਲੱਗਦਾ ਮੈਂ ਨਹੀਂ ਬੋਲਦਾ। ਉਹ ਤਾਂ ਕਾਰਨ ਇਹ ਸੀ, ਆਪਣੇ ਪਾਪ ਡਰੇ ਜੇ ਪਾਪ ਕਮਾਉਂਦੇ ਧਰਮ ਹੀ ਬਖਸ਼ੇਤ। ਜਦੋਂ ਬੰਦਾ ਡਰਦਾ, ਜਦੋਂ ਤੁਸੀਂ ਗਲਤ ਕੰਮ ਕਰੋਗੇ, ਇੱਕ ਗੱਲ ਯਾਦ ਰੱਖੋ, ਤੁਹਾਡੀ ਆਤਮਾ ਤੁਹਾਨੂੰ ਡਰਾਊ। ਜੇ ਤੁਸੀਂ ਗਲਤ ਕੰਮ ਹੀ ਨਹੀਂ ਕਰਿਆ, ਤੁਹਾਨੂੰ ਕੀ ਕੋਈ ਡਰਾਊਗਾ? ਇਸ ਵਾਸਤੇ ਕੋਈ ਡਰਾਉਣ ਦੀ ਕੋਸ਼ਿਸ਼ ਕਰਦੇ ਸੀ। ਇਸੇ ਡਰਾਉਣ ਦੇ ਵਿੱਚ ਹੀ ਕਦੇ ਉਹ ਹਰਿਆਣੇ ਵਾਲੇ ਬੋਲਦੇ ਹੁੰਦੇ ਸੀ, ਮੈਨੂੰ ਯਾਦ ਹੈ, ਸਾਡੇ ਮੈਂਬਰ ਸਾਹਿਬ ਵੀ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਣ ਲੱਗ ਜਾਂਦੇ। ਇਹਨਾਂ ਨੇ ਕੀ ਕਰਤਾ, ਇਹ ਯਾਦ ਰੱਖੇ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦੀ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ, ਹਰਿਆਣਾ ਕਮੇਟੀ ਬਣੀ, ਬਾਦਲ ਸਾਹਿਬ ਇਹ ਗੱਲ ਕਹਿੰਦੇ ਸੀ, ਕਹਿੰਦੇ ਮੇਰੀ ਲਾਸ਼ ਦੇ ਉੱਤੋਂ ਦੀ ਕਮੇਟੀ ਬਣੂਗੀ। ਉਹ ਬਣ ਗਈ ਕਮੇਟੀ, ਕਿਸੇ ਦੀ ਲਾਸ਼ ਨਹੀਂ, ਕਿਸੇ ਦਾ ਕੁਛ ਨਹੀਂ ਹੈ। ਗੱਲਾਂ ਬਾਤਾਂ ਨਾਲ ਲੋਕ ਸਿੱਖਣਗੇ। ਅੱਜ ਕੱਲ ਦਾ ਮੀਡੀਆ, ਲੋਕ ਅੱਜ ਕੱਲ ਬਹੁਤ ਸਿਆਣੇ ਨੇ। ਅੱਗੇ ਤਾਂ ਸਰਦਾਰ ਸਾਹਿਬ ਅਖਬਾਰ ਆਉਂਦਾ ਸੀ, ਪਿੰਡ 'ਚ 5 ਅਖਬਾਰ ਆਉਂਦੇ ਸੀ,
ਕਿਸੇ ਨੂੰ ਪਤਾ ਲੱਗਦਾ ਸੀ, ਕਿਸੇ ਨੂੰ ਪਤਾ ਨਹੀਂ ਸੀ ਲੱਗਦਾ। ਹੁਣ ਤਾਂ ਹਰ ਇੱਕ ਅਨਪੜ੍ਹ ਤੋਂ ਅਨਪੜ੍ਹ ਦੇ ਬੰਦੇ ਦੇ ਹੱਥ 'ਚ ਅਖਬਾਰ ਆ, ਮੀਡੀਆ, ਉਹਦੀ ਉਹ ਸਰਚ ਕਰਦਾ। ਤੁਸੀਂ ਮੇਰੇ ਨਾਲ ਗੱਲ ਕਰਦੇ ਹੋ, ਲਾਈਵ ਕਰਦੇ ਹੋਵੋਗੇ, ਹੁਣ ਸੁਣ ਲੈਣਗੇ, ਨਹੀਂ ਘੰਟੇ ਤੁਸੀਂ ਵੀਡੀਓ ਪਾ ਦੇ, ਦੁਨੀਆ ਦੇ ਵਿੱਚ ਨਸਲ ਹੋ ਜਾਣੀ ਆ। ਸੋ ਇਹਨਾਂ ਕਾਰਨਾਂ ਕਰਕੇ ਸਾਰਾ ਕੁਛ ਆ ਜਿਹੜਾ ਇਹ ਜਸ ਜੀ ਵਾਪਰਿਆ। ਤਾਂ ਹੀ ਮੈਨੂੰ ਅਕਾਲੀ ਦਲ ਚੋਂ ਕੱਢਿਆ। ਸੱਚ ਬੋਲਣ ਦੀ ਕੀਮਤ ਬੰਦਾ ਅਦਾ ਕਰਦਾ, ਮੈਂ ਅਦਾ ਕਰ ਰਿਹਾ ਜੀ। ਮੈਂ ਸੱਚ ਬੋਲਣਾ ਸੀਗਾ, ਉਹ ਮੈਂ ਬੋਲਦਾ ਤੇ ਬੋਲਦਾ ਰਹੂੰਗਾ। ਚੁੰਗਾ ਸਾਹਿਬ, ਤੁਸੀਂ ਇਹ ਗੱਲ ਕਹੀ ਆ ਵੀ ਖਿੱਚ ਕਰਕੇ ਤੁਹਾਨੂੰ ਬਾਹਰ ਕੀਤਾ, ਤੇ ਮੈਨੂੰ ਇਹ ਲੱਗਦਾ ਵੀ ਜਿਹੜਾ ਉਹ ਕਲਚਰ ਤੁਹਾਡੇ ਨਾਲ ਵਾਪਰਿਆ, ਉਹੀ ਕਲਚਰ ਜਥੇਦਾਰ ਸਾਹਿਬ ਹੋਰਾਂ ਤੱਕ ਵੀ ਪਹੁੰਚਿਆ, ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਤੱਕ ਵੀ। ਉਹ ਰਾਘਵ ਚੱਡੇ ਦੇ ਵਿਆਹ ਤੇ ਗਏ ਤੇ ਇਸ ਕਰਕੇ ਖਿੱਚ ਕਰਕੇ ਲੋਕ ਉਹਦੇ ਤੇ ਖਿਚੜੀ ਪਕਾਉਣ ਲੱਗੇ ਸੀ ਵੀ ਹੁਣ ਕੋਈ ਫਤਵਾ ਆਊਗਾ। ਇਹਦੇ 'ਚ ਤੁਹਾਨੂੰ ਕੀ ਲੱਗਦਾ? ਦੇਖੋ, ਰਾਘਵ ਚੱਡੇ ਦੇ ਵਿਆਹ ਤੇ ਜਾਣਾ ਤਾਂ ਸ਼ਾਇਦ ਏਡੀ ਗੱਲ ਨਾ ਵਾਪਰਦੀ ਜੀ, ਕਿਉਂਕਿ ਜਿਹੜਾ ਬੰਦਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜਾ ਬੰਦਾ ਸੁਖਵੀਰ ਬਾਦਲ ਦੀ ਹਾਂ ਦੇ ਵਿੱਚ ਹਾਂ ਬੁਲਾਉਂਦਾ, ਉਹ ਜੋ ਮਰਜ਼ੀ ਕਰੇ। ਮੈਂ ਅੱਗੇ ਵੀ ਕਿਹਾ ਵੀ ਜਿੰਨਾ ਚਿਰ ਤਾਂ ਮੈਂ ਇਹਨਾਂ ਦੇ ਨਾਲ ਸੀ, ਉਹਨਾਂ ਚਿਰ ਤਾਂ ਮੈਂ ਸਾਥ ਸੀ, ਸਿਉਣਾ ਸੀ ਕਰਾ। ਹੁਣ ਮੈਂ ਇਹਨਾਂ ਤੇ ਮੈਂ ਸੱਚ ਬੋਲ ਪਿਆ, ਹੁਣ ਇਹ ਮੈਨੂੰ ਕਹਿੰਦੇ ਚੋਰ ਹੈ, ਖੋਟਾ। ਜਿਹੜਾ ਬੰਦਾ ਇਹਨਾਂ ਦੀ ਕਾਰਨ ਹੀ ਸਾਡਾ ਸਿੰਘ ਸਾਹਿਬ ਦੇ ਕਾਰਨ ਹੀ ਕਰਕੇ ਹੋਇਆ ਵੀ ਸਾਡੇ ਸਿੰਘ ਸਾਹਿਬ ਇੰਨੇ ਜ਼ਿਆਦਾ ਨੀਵੇਂ ਆ ਗਏ ਵੀ ਉਹਨਾਂ ਨੇ ਜਿਸ ਦਿਨ ਸਾਸੇ ਵਾਲੇ ਦੀ ਮਾਫੀ ਮੰਗਵਾਉਂਦੇ ਸੀ ਉਹਦੇ ਜਵਾਬ ਦੇ ਦਿੰਦੇ, ਤਾਂ ਕੌਮ ਦਾ ਜੇ ਹਾਲ ਨਾ ਹੁੰਦਾ। ਜਿਸ ਕੌਮ ਦੇ ਉੱਤੇ ਅੱਜ ਜਿਸ ਹਾਲ ਦੇ ਉੱਤੇ ਕੌਮ ਖੜੀ ਹੈ, ਉਹ ਤਾਂ ਹੀ ਖੜੀ ਹੈ ਵੀ ਉਹਨਾਂ ਨੇ ਸਿੰਘ ਸਾਹਿਬ ਨੇ ਇਹਨੂੰ ਮਾਫ ਕੀਤਾ। ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਵੀ ਸ਼ਾਬਾਸ਼ ਹੈ। ਉਹ ਕਹਿੰਦੇ ਸੀ ਵੀ ਪ੍ਰੈਸ਼ਰ ਆ ਮੇਰੇ ਤੇ, ਪਤਾ ਸੀ ਸਾਨੂੰ ਵੀ ਪ੍ਰੈਸ਼ਰ ਕੀ ਹੈ, ਪਰ ਉਹਨਾਂ ਨੇ ਕਿਸੇ ਵੀ ਪ੍ਰੈਸ਼ਰਾਂ ਨੂੰ, ਸਾਰੇ ਪ੍ਰੈਸ਼ਰਾਂ ਨੂੰ ਦਰਕਨਾਰ ਕਰਕੇ ਉਹਨਾਂ ਨੇ ਉਹ ਸੱਚ ਦੇ ਨਾਲ ਖੜੇ ਆ। ਉਹਨਾਂ ਕੋਲੇ 2-3 ਸੱਜਣ ਚਿੱਠੀ ਲੈ ਕੇ ਗਏ, ਆ ਸਪੋਕਸਮੈਨ ਹੈ ਅਕਾਲੀ ਦਲ ਦਾ ਬੁਲਾਰਾ ਹੈ ਬਿਰਸਾ ਸਿੰਘ ਬਟੋਹਾ ਵਗੈਰਾ ਲੈ ਕੇ ਗਏ, ਕਹਿੰਦੇ ਵੀ ਆਹ ਲਓ ਸੁਖਵੀਰ ਸਿੰਘ ਨੂੰ ਮਾਫ ਕਰ ਦਿਓ। ਉਹਦੇ 'ਚ ਲਿਖਿਆ ਵੀ ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਦੀ ਮੈਂ ਮਾਫੀ ਮੰਗਦਾ। ਉਹ ਕਹਿੰਦੇ ਜਿਹੜੀਆਂ ਅਣਜਾਣੇ 'ਚ ਹੋਈਆਂ ਤਾਂ ਹੋ ਗਈਆਂ, ਜਿਹੜੀਆਂ ਜਾਣ ਕੇ ਕੀਤੀਆਂ ਉਹ ਦੱਸ ਕਿਹੜੀਆਂ। ਹੁਣ ਜਾਣ ਕੇ ਕੀਤੀਆਂ ਉਹ ਨੇ ਵੀ ਸੌਦਾ ਸਾਹਿਬ ਦੇ ਪੋਸਟਾਂ ਦੀ ਰਾਖੀ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਮੰਗਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ, ਉਹ ਜਾਣ ਕੇ ਕੀਤੀਆਂ ਹੋਈਆਂ ਗਲਤੀਆਂ ਸੀ। ਗੁਰੂ ਘਰ ਦੇ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਹਾਡੇ ਲੋਕਾਂ ਦੀ 10 ਨੌਂ ਦੀ ਕਿਰਤ ਕਮਾਈ ਦੇ ਇਸ਼ਤਿਹਾਰ ਲਵਾਏ ਜਸਟੀਫਾਈ ਕਰਾਉਣ ਵਾਸਤੇ, ਇਹ ਜਾਣ ਕੇ ਕੀਤੀ ਹੋਈ ਗਲਤੀ ਸੀ। ਮੈਂ ਕਦੇ ਨਹੀਂ ਕਿਹਾ ਵੀ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਜਾਂ ਅਕਾਲੀ ਦਲ ਚਾਹੁੰਦਾ ਵੀ ਹੋ ਜੇ। ਮੈਂ ਕਹਿੰਦਾ ਵੀ ਅਕਾਲੀ ਦਲ ਨੇ ਉਹਨਾਂ ਲੋਕਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਰਸੇ ਵਾਲਿਆਂ ਨੇ ਬੇਅਦਬੀ ਕੀਤੀ ਸੀ। ਅਕਾਲੀ ਦਲ ਨੇ ਉਹਨਾਂ ਨੂੰ ਸੁਖਵੀਰ ਬਾਦਲ ਨੇ ਕੀਤੀ। ਅਕਾਲੀ ਦਲ ਇੰਟਰਨਲ ਸਾਰੇ ਲੋਕ ਔਖੇ ਨੇ। ਜਦੋਂ ਵੀ ਤੁਸੀਂ ਆਫਰ ਕਾਰਡ ਇਸ ਤਰ੍ਹਾਂ ਬੈਠ ਕੇ ਗੱਲ ਕਰੋਗੇ ਜਸ ਜੀ, ਤਾਂ ਸਾਰੇ ਚਾਹੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ, ਉਹ ਸਾਰੇ ਤਕਲੀਮ ਮੰਨਦੇ ਨੇ। ਪਰੰਤੂ ਪਤਾ ਨਹੀਂ ਕਿਉਂ ਕਿਸੇ ਦੀ ਕੀ ਉਹਨਾਂ ਦੀ ਕੋਈ ਨਿੱਜੀ ਗਰਜ ਹੈ ਜਾਂ ਉਹਨਾਂ ਦੀ ਕੋਈ ਵਫਾਦਾਰੀ ਕੀ ਆ, ਮੈਨੂੰ ਸਮਝ ਨਹੀਂ ਆਉਂਦੀ। ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਵੀ ਉਹ ਕਿਉਂ ਨਹੀਂ ਬੋਲਦੇ, ਤੇ ਇਹ ਨਹੀਂ ਮੈਨੂੰ। ਦੂਜੀ ਗੱਲ ਮੈਂ ਅੱਗੇ ਵੀ ਕਿਹਾ ਯਾਰ ਵੀ ਜੇ ਸੱਚ ਬੋਲ ਪਿਆ ਤਾਂ ਵੀ ਕਈ ਸੱਜਣਾਂ ਨੂੰ ਪਸੰਦ ਨਹੀਂ, ਜੇ ਉੱਥੇ ਖੜੇ ਸੀ ਫਿਰ ਵੀ ਪਸੰਦ ਨਹੀਂ। ਫਿਰ ਤੁਸੀਂ ਮਾਫੀ ਕਿੱਥੇ ਹੈ? ਫਿਰ ਕਿਉਂ ਆਊ ਕੋਈ ਬੰਦਾ? ਜੇ ਤੁਸੀਂ ਜਿਹੜਾ ਕੋਈ ਬੰਦਾ ਸੱਚ ਬੋਲਦਾ ਉਹਦੇ ਵਾਸਤੇ ਇੰਨੀ ਵੀ ਨਹੀਂ ਹਾਂ ਦਾ ਨਾਰਾ ਮਾਰਦੇ ਵੀ ਠੀਕ ਹੈ ਨੇ ਸੱਚ ਬੋਲਿਆ। ਅਸੀਂ ਉਹਨੂੰ ਵੀ ਕਹਿੰਦੇ ਆ ਵੀ ਤੂੰ ਹੁਣ ਉਹੀ ਫਤਵਾ ਵੀ ਤੂੰ ਉਦੋਂ ਕਿਉਂ ਨਹੀਂ ਕੀਤਾ, ਤੂੰ ਉਦੋਂ ਉਹਨੇ ਕੀਤਾ। ਜੇ ਹੁਣ ਕਰਤਾ ਦਿੱਤਾ, ਹੁਣ ਤਾਂ ਕਰਤਾ ਤੇ ਹੁਣ ਤਾਂ ਮੰਨ ਲਓ ਵੀ ਹੁਣ ਕਰ ਦਿੱਤਾ। ਜੇ ਹੁਣ ਵੀ ਨਾ ਕਰਦੇ ਫਿਰ ਕੋਈ ਕੀ ਕਰਦਾ? ਫਿਰ ਕਿਹੜਾ ਕੋਈ ਕਿਸੇ ਜਾਂ ਜਿਹੜੇ ਨਹੀਂ ਕਰਦੇ ਉਹਨਾਂ ਦਾ ਕਿਸੇ ਨੇ ਕੀ ਕਰਤਾ? ਜੇ ਹੁਣ ਵੀ ਕੌਮ ਦੇ ਨਾਲ ਧਰਮ ਦੇ ਨਾਲ ਖੜਦਾ ਕੋਈ ਬੰਦਾ, ਜੇ ਲੋਕ ਉਹਦੇ ਨਾਲ ਨਾ ਖੜਨਗੇ, ਉਹਨੂੰ ਠੀਕ ਢੰਗ ਨਾਲ ਨਾ ਲੈਣਗੇ, ਤਾਂ ਫਿਰ ਬੰਦੇ ਇਸੇ ਕਰਕੇ ਅਗਲਾ ਕਹਿੰਦਾ ਗਾਲਾਂ ਹੀ ਮਿਲਦੀਆਂ ਨੇ। ਗਾਲਾਂ ਪਹਿਲਾਂ ਵੀ ਮਿਲੀ ਜਾਂਦੀਆਂ, ਹੁਣ ਵੀ ਮਿਲ ਜਾਂਦੀਆਂ, ਕਾਹਦੇ ਵਾਸਤੇ? ਜਿੱਥੇ ਹੈਗੇ ਅਗਲਾ ਕਹਿੰਦਾ ਖੜੇ ਰਹੋ। ਸੋ ਮੇਰੀ ਤਾਂ ਬੇਨਤੀ ਆ ਕੌਮ ਨੂੰ ਵੀ ਇਹੋ ਜਿਹੀਆਂ ਗੱਲਾਂ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ। ਇਸ ਵੇਲੇ ਕੌਮ ਬਹੁਤ ਜ਼ਿਆਦਾ ਦੁਰਾਹੇ ਦੇ ਉੱਤੇ ਖੜੀ ਹੈ। ਪੰਜਾਬ ਬਹੁਤ ਜ਼ਿਆਦਾ ਗਲਤ ਪਾਸੇ ਜਾ ਰਿਹਾ। ਪੰਜਾਬ ਦੇ ਨਸ਼ਿਆਂ ਦਾ ਦਰਿਆ ਵਗ ਰਿਹਾ। ਪੰਜਾਬੀ ਛੱਡ ਕੇ ਪੰਜਾਬ ਭੱਜ ਰਹੇ ਨੇ। ਲੋਕਾਂ ਨੂੰ ਘਰਾਂ ਨੂੰ ਜਿੰਦਰੇ ਲਾ ਕੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ। ਤੇ ਇੱਥੋਂ ਦੀ ਜਿਹੜੀ ਸਾਰੀ ਤਬਦੀਲੀ ਹੋ ਰਹੀ ਹੈ, ਜਿਹੜੀ ਮਾਈਗ੍ਰੇਟ ਹੋ ਰਹੀ ਹੈ, ਸਾਰੀ ਬਾਹਰੋਂ ਆ ਕੇ ਯੂਪੀ ਬਿਹਾਰ ਤੋਂ ਲੋਕ ਆ ਕੇ ਇੱਥੇ ਵਸ ਰਹੇ ਨੇ। ਪੰਜਾਬੀ ਇੱਥੋਂ ਛੱਡ ਕੇ ਬਾਹਰ ਚਲੇ ਜਾ ਰਹੇ ਨੇ। ਸੋ ਬਹੁਤ ਹਾਲਾਤ ਜਿਹੜੇ ਇਸ ਵੇਲੇ ਪੰਜਾਬ ਦੇ ਬਹੁਤ ਜ਼ਿਆਦਾ ਇਹ ਗੱਲ ਕਹਿ ਲਈਏ ਵੀ ਬਹੁਤ ਭਿਆਨਕ ਹਾਲਾਤ ਹੋਏ ਪਏ ਨੇ। ਮੈਨੂੰ ਤਾਂ ਇੱਕ ਜਸ ਜੀ ਹੋਰ ਲੱਗਦਾ ਹੁੰਦਾ ਵੀ ਕਿਤੇ ਥੋੜਾ ਬੜਾ ਸਮਾਂ 10-20 ਸਾਲਾਂ ਦੇ ਵਿੱਚ ਇਹ ਹੋ ਜੂ ਵੀ ਜਿਹੜੇ ਦਰਬਾਰ ਸਾਹਿਬ ਦਾ ਪ੍ਰਬੰਧ ਹੀ ਜਿਹੜੇ ਬਿਹਾਰੀ ਆ ਤੇ ਯੂਪੀ ਵਾਲੇ ਉਹਨਾਂ ਕੋਲੇ ਹੋ ਜਾਊਗਾ। ਜਿਹੜੇ ਸਾਡੇ ਹਾਲਾਤ ਹੈ ਸਿੱਖਾਂ ਦੇ, ਉਹਦੇ ਬਾਰੇ ਤਾਂ ਅਸੀਂ ਕੋਈ ਸੋਚਦੇ ਨਹੀਂ। ਅਸੀਂ ਤਾਂ ਨੂਨੀਆਂ ਗੱਲਾਂ ਨੂੰ ਫੜ ਕੇ ਬਹਿ ਜਾਂਦੇ ਆ। ਉਹਨੇ ਕੀ ਕਰਤਾ, ਕੋਈ ਨਿੱਜੀ ਤੌਰ ਤੇ ਉਹ ਕਿੱਥੇ ਜਾਂਦਾ, ਉਹਨੇ ਕੀ ਕਰਤਾ, ਇਹਨਾਂ ਗੱਲਾਂ ਨੂੰ ਫੜਨਾ ਕੌਮ ਦਾ ਭਲਾ ਨਹੀਂ ਹੋਣਾ। ਕੌਮ ਦੇ ਭਲੇ ਹੋਣ ਵਾਸਤੇ ਬਹੁਤ ਬੰਦੇ ਜਿਹੜੇ ਸੱਚ ਬੋਲਣ ਵਾਲੇ ਨੇ, ਜਿਵੇਂ ਆ ਮੁੰਡਾ ਥੋੜਾ ਲੱਖਾ ਸਿੰਘ ਸਿਧਾਣਾ ਹੈ, ਉਹ ਬੰਦਾ ਮੈਂ ਉਹਨੂੰ ਲਾਈਕ ਕਰਦਾ ਕਿਉਂਕਿ ਉਹ ਬੰਦਾ ਯਾਰ ਕਿਤੇ ਵੀ ਕੋਈ ਮੁੱਦਾ ਹੁੰਦਾ ਉੱਥੇ ਉਹ ਖੜਦਾ ਹੈ। ਸੋਰ ਤਾਂ ਕੋਈ ਮੇਰੇ ਨਾਲ ਲੱਖੇ ਦਾ ਕੋਈ ਲੈਣ ਨਹੀਂ ਦੇਣ, ਕਦੇ ਫੋਨ ਤੇ ਗੱਲ ਵੀ ਨਹੀਂ ਹੋਈ। ਪਰੰਤੂ ਉਹ ਬੰਦੇ ਜਿਹੜੇ ਐਸੇ ਲੋਕ ਹੈ, ਜਦੋਂ ਅਸੀਂ ਇਹਨਾਂ ਨੂੰ ਪ੍ਰਮੋਟ ਕਰਾਂਗੇ, ਹੁਣ ਜੋ ਮੌੜ ਤੋਂ ਜਿਤਾ ਦਿੰਦੇ ਲੋਕ, ਤਾਂ ਉਹ ਲੋਕਾਂ ਦੇ ਲਈ ਕੁਛ ਕਰਦਾ।
ਤੇ ਜਿਹੜੇ ਹੁਣ ਉੱਥੋਂ ਭਾਈ ਜਿਤਾ ਕੇ ਤੋਰਿਆ ਉਹਨੇ ਕੀ ਕਰ ਦਿੱਤਾ, ਉਹਦੇ ਬਾਰੇ ਇਹ ਇਲਜ਼ਾਮ ਆਉਂਦਾ ਵੀ ਉਹ ਪਤਾ ਨਹੀਂ ਕੀ ਕੁਝ ਦੱਬੀ ਦੁੱਬੀ ਦਿੰਦਾ, ਲੱਖਾ ਸਿੰਘ ਹੀ ਸਹੀ ਸੀ। ਸੋ ਐਸੇ ਬੰਦਿਆਂ ਦੇ ਨਾਲ ਸਾਨੂੰ ਲੋਕਾਂ ਨੂੰ ਖੜਨਾ ਚਾਹੀਦਾ। ਮੇਰੀ ਬੇਨਤੀ ਹੈ ਸੰਗਤ ਨੂੰ, ਬਾਕੀ ਸੰਗਤ ਵੱਡੀ ਹੈ, ਸੰਗਤ ਦਾ ਫੈਸਲਾ ਵੱਡਾ ਹੈ, ਸੋ ਸੰਗਤ ਦੀ ਮੌਜ ਹੈ। ਜਥੇਦਾਰ ਜੀ, ਆਪਾਂ ਨਿੱਕੂ ਦਾ ਤੇ ਬਗੇਸ਼ਵਰ ਧਾਮ ਵਾਲੇ ਬਾਬੇ ਦੇ ਸਵਾਲ ਦੇ ਕਿੰਨੀ ਜਾਣ ਤੋਂ ਪਹਿਲਾਂ ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਕਰਨਾ ਚਾਹਣਾ ਵੀ ਅਕਾਲ ਤਖਤ ਸਾਹਿਬ ਸਾਡਾ ਸਿਰਮੌਰ ਹੈ ਤੇ ਜਥੇਦਾਰ ਸਾਹਿਬ ਸਾਡੇ ਸਿਰਮੌਰ ਹੈ, ਪਰ ਮੈਨੂੰ ਅੱਜ ਏਦਾਂ ਲੱਗਦਾ ਵੀ ਜਥੇਦਾਰ ਨਹੀਂ ਸਿਰਮੌਰ, ਜਿੱਦਾਂ ਗੱਲਾਂ ਸੁਣਦਾ ਵੀ ਸੁਖਬੀਰ ਸਿੰਘ ਬਾਦਲ ਸਿਰਮੌਰ ਹੋ ਗਿਆ। ਇਸੇ ਕਾਰਨ ਕਰਕੇ ਤਾਂ ਜੀ ਸਾਡੀ ਜਿਹੜੀ ਕੌਮ ਦੀ ਦੁਰਗਤੀ ਹੋ ਗਈ ਆ। ਇਸੇ ਕਰਕੇ ਤਾਂ ਮੈਂ ਅੱਗੇ ਵੀ ਇੱਕ ਦਿਨ ਮੈਂ ਕਿਹਾ ਸੀ ਵੀ ਜਦੋਂ 84 ਵਾਲਾ ਧਰਮ ਯੁੱਧ ਮੋਰਚਾ ਲੱਗਿਆ ਹੋਇਆ ਸੀ ਤਾਂ ਮੇਰਾ ਖਿਆਲ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਸੀ ਉਦੋਂ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖਤ ਦੇ, ਉਹਨਾਂ ਨੇ ਕਹਿ ਦਿੱਤਾ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸ਼ਸਤਰਧਾਰੀ ਨੇ ਵੀ ਸ਼ਸਤਰ ਲੈ ਕੇ ਦਰਬਾਰ ਸਾਹਿਬ 'ਚ ਨਹੀਂ ਜਾਣਾ ਚਾਹੀਦਾ, ਸੱਚਖੰਡ ਦੇ ਵਿੱਚ ਨਹੀਂ ਜਾਣਾ ਚਾਹੀਦਾ, ਇਹ ਸ਼ਸਤਰ ਲੈ ਕੇ ਨਾ ਜਾਣ, ਜੇ ਜਾਣਾ ਤਾਂ ਸ਼ਸਤਰ ਬਾਹਰ ਧਰ ਦਿਆ ਕਰਨ, ਦਰਸ਼ਨੀ ਜਿਹੜੀ ਦਰਸ਼ਨ ਕਰਿਆ ਕਰਨ। ਸੰਤਾਂ ਨੇ ਕਹਿ ਦਿੱਤਾ ਵੀ ਦੇਖੋ ਸ਼ਸਤਰ ਤਾਂ ਨਹੀਂ ਧਰੇ ਜਾ ਸਕਦੇ, ਦਰਸ਼ਨ ਦੀ ਜਿਹੜੀ ਮੱਥਾ ਟੇਕ ਲਿਆ ਕਰਾਂਗੇ, ਉੱਥੋਂ ਗੁਰੂ ਮਹਾਰਾਜ ਨੂੰ ਨਮਸਕਾਰ ਕਰਨੀ ਉੱਥੋਂ ਕਰ ਲਿਆ ਕਰਾਂਗੇ। ਜਿਹੜੇ ਨੌਜਵਾਨ ਸੀ, ਅਸੀਂ ਵੀ ਉਦੋਂ ਨੌਜਵਾਨ ਅਵਸਥਾ ਸੀ, ਅਸੀਂ ਉੱਥੇ ਸੰਤਾਂ ਨੂੰ ਬਹੁਤ ਜ਼ਿਆਦਾ ਕੋਲੇ ਬੈਠ ਕੇ ਪਿੰਡਾਂ ਵਾਲੇ ਮਹਾਂਪੁਰਸ਼ਾਂ ਨੂੰ ਬਹੁਤ ਸੁਣਿਆ, ਦੇਖਿਆ, ਉਹਨਾਂ ਦੇ ਨੇੜੇ ਬੈਠਦੇ ਰਹੇ ਹਾਂ, ਗੱਲਬਾਤ ਤਾਂ ਨਹੀਂ ਸੀ ਹੁੰਦੀ, ਬਚਪਨ ਸੀ, ਪਰ ਉਹਨੂੰ ਦੇਖਿਆ, ਬਹੁਤ ਸੁਣਿਆ, ਕੋਲੇ ਬੈਠ ਕੇ ਲਾਈਵ ਦੇਖੇ ਹੋਏ ਨੇ। ਉਹਨਾਂ ਨੂੰ ਜਿਹੜੇ ਨਵਾਂ ਖੂਨ ਸੀ ਉਹਨਾਂ ਨੇ ਰਾਏ ਦਿੱਤੀ ਵੀ ਇਹ ਕੌਣ ਹੁੰਦਾ, ਇਹ ਕਾਲੀਆਂ ਦਾ ਚੇਲਾ ਫਲਾਣਾ ਢਿਮਕਾ, ਤੁਸੀਂ ਜਾਓ ਉੱਥੇ ਜਾਣਾ ਚਾਹੀਦਾ। ਸੰਤ ਕਹਿੰਦੇ ਗੱਲ ਇਹਦੀ ਨਹੀਂ, ਗੱਲ ਉਸ ਦੀ ਹੈ ਜਿਸ ਚੇਅਰ ਦੇ ਉੱਤੇ, ਜਿਸ ਥਾਂ ਦੇ ਉੱਤੇ ਬੈਠਾ। ਆਪਾਂ ਉਸ ਗੱਲ ਨੂੰ, ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੇਖਣਾ, ਆਪਾਂ ਗਿਆਨੀ ਸਿੰਘ ਸਾਹਿਬ ਨੂੰ ਥੋੜ੍ਹਾ ਦੇਖਣਾ। ਕਹਿੰਦੇ ਨਹੀਂ, ਬੇਸ਼ੱਕ ਉਦੋਂ ਬਾਅਦ ਸੰਤਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਸੀ ਵੀ ਇਹ ਲੈ ਕੇ ਜਾ ਸਕਦੇ ਨੇ, ਸੰਤਾਂ ਵਾਸਤੇ, ਕੱਲਿਆਂ ਵਾਸਤੇ ਨਹੀਂ। ਅੱਜ ਵੀ ਤੁਸੀਂ ਰਾਈਫਲ ਚੱਕ ਕੇ, ਪਿਸਤੌਲ ਚੱਕ ਕੇ ਦਰਬਾਰ ਸਾਹਿਬ 'ਚ ਨਹੀਂ ਜਾ ਸਕਦੇ, ਅੱਜ ਵੀ ਇਹ ਨਿਯਮ ਅਸੂਲ ਹੈ ਉੱਥੋਂ ਦਾ। ਸਿਰਫ ਆਪਣੇ ਰਵਾਇਤੀ ਸ਼ਸਤਰ ਸ੍ਰੀ ਸਾਹਿਬ, ਕਿਰਪਾਨ, ਵਰਸ਼ਾ ਲੈ ਕੇ ਤੁਸੀਂ ਜਾ ਸਕਦੇ ਹੋ, ਤੁਸੀਂ ਦੂਜਾ ਸ਼ਸਤਰ ਲੈ ਕੇ ਨਹੀਂ ਜਾ ਸਕਦੇ। ਗੁਪਤ ਕੋਈ ਲੈ ਕੇ ਜਾਂਦਾ ਵੱਖਰੀ ਗੱਲ ਹੈ, ਪਰ ਸ਼ੋਅ ਨਹੀਂ ਹੁੰਦਾ। ਸੋ ਮੇਰਾ ਭਾਵ ਇਹ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ, ਜਿਹੜੀ ਅੱਜ ਦੀ ਹਾਲਾਤ ਹੈ, ਇਹ ਸੁਖਵੀਰ ਨੇ ਐਸਾ ਕਰ ਦਿੱਤਾ, ਐਸਾ ਕਰ ਦਿੱਤਾ। ਇਹ ਜ਼ਿਆਦਾ ਹੋਇਆ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਆ ਮਾਫੀ ਦੇਣ ਵਾਲੇ 'ਚ ਲੱਗਿਆ ਨਾ, ਉਹਨੇ ਉਸ ਵੇਲੇ ਤੋਂ ਹਾਲਾਤ ਬਹੁਤ ਜ਼ਿਆਦਾ ਭਿਆਨਕ ਹੋ ਗਏ ਨੇ। ਉਸੇ ਕਾਰਨ ਕਰਕੇ ਇਹ ਆਪਦੇ ਜਿਹੜੇ ਨਿੱਜੀ ਹਿੱਤਾਂ ਕਰਕੇ ਸਿੰਘ ਸਾਹਿਬ ਇਹ ਕਰਦੇ ਨੇ, ਇਸੇ ਕਰਕੇ ਲੋਕ ਅੱਜ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਇੱਜ਼ਤ ਕਰਦੇ ਨੇ, ਸਿੰਘ ਸਾਹਿਬ ਦੀ ਵੀ ਯਾਰ ਉਹ ਬੋਲੇ ਨੇ। ਸੋ ਇਹ ਜਿਹਨੂੰ ਮਰਜ਼ੀ ਲਾਉਂਦੇ ਉਹਨੂੰ ਹੈ ਵੀ ਜਿਹੜਾ ਇਹਨਾਂ ਦੀ ਬੋਲੀ ਬੋਲਦਾ, ਜਿੰਨਾ ਚਿਰ ਇਹਨਾਂ ਨੂੰ ਆਪਦੀ ਬੋਲੀ ਬੋਲਣ ਵਾਲਾ ਗਿਆਨੀ ਰਘਵੀਰ ਸਿੰਘ ਨਹੀਂ ਮਿਲਿਆ, ਉਹਨੇ ਨਹੀਂ ਕਿਹਾ ਵੀ ਜੋ ਤੁਸੀਂ ਕਹੋਗੇ तो तुम दिन को अगर रात कहोगे तो वो कल है भी दिन तो रात कहने वाला अज इन्होंने जथेदार ला दिता। ज्ञानी जी और सिंह साहब नूं हटा के इत्थे तख्त साहब दमदमा साहब भाई 5 साल इन्हां नूं आरजी ला के रखिया भी कोई बंदा मिले। सो सिंह साहबां नूं मेरी बेनती है भी यह जदों लैके आउंदे आ उदों सत्कार करदे आ, उदों कट करके करदे आ, जिद्दे तोड़दे आ उदे जांदिआं नूं सरोपा भी नहीं दिंदे। आए भी नहीं सिंह साहब ज्ञानी जी हरप्रीत सिंह फिरदे सी आस्ट्रेलिया मगर उन्हां नूं कहंदे जी उन्हां ने कहा भी छड्ड दिओ 5 साल तां आरजी तुरे फिरे, हुण ओह कहंदे छड्ड ਦਿੱਤਾ ਵੀ ਮੈਨੂੰ ਵਿਹਲਾ ਕਰ ਦਿਓ ਜੀ ਮੈਂ ਸੇਵਾ ਨਹੀਂ ਕਰ ਸਕਦਾ। ਹੁਣ ਗਿਆਨੀ ਜੀ ਬੁੱਢੇ ਹੋ ਗਏ ਸੀ ਇਹਦਾ ਉਹਨਾਂ ਨੂੰ ਕੋਈ ਹੋਰ ਮੁਸ਼ਕਿਲ ਸੀ। ਸੋ ਜਿਹੜਾ ਇਸ ਵੇਲੇ ਹਾਲਾਤ ਹੈ ਉਹ ਜਿਹੜੇ ਸਿੰਘ ਸਾਹਿਬ ਲੱਗ ਰਹੇ ਨੇ ਉਹ ਵਧੀਆ ਨਹੀਂ ਲੱਗ ਰਹੇ। ਮੈਂ ਤਾਂ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੋਵੇ ਜਾਂ ਮੇਰੀ ਮੈਂਬਰ ਸਾਹਿਬਾਨ ਨੂੰ ਤੁਹਾਡੇ ਰਾਹੀਂ ਬੇਨਤੀ ਆ ਵੀ ਜਿਹੜਾ ਵੀ ਐਂਟੀ ਸੁਖਵੀਰ ਸਿੰਘ ਬਾਦਲ ਖੜਾ ਹੋਊਗਾ, ਪ੍ਰਧਾਨ ਖੜਾ ਹੋਊ, ਜ਼ਰੂਰ ਖੜਾ ਹੋਊਗਾ, ਜਿਹੜੇ ਹੈ ਦੂਜੀ ਆਪੋਜੀਸ਼ਨ ਹੈ ਉਹਨੂੰ ਵੋਟਾਂ ਪਾਓ ਤਾਂ ਦਰਬਾਰ ਸਾਹਿਬ ਦੇ ਜਿਹੜੇ ਪ੍ਰਬੰਧਾਂ ਦੀ ਤਬਦੀਲੀ ਅਸੀਂ ਤਾਂ ਤੁਹਾਡੀ ਕੌਮ ਦੇ ਵਿੱਚ ਕੋਈ ਪੱਤ ਹੈ ਜਿਹੜੀ ਉਹ ਵੱਧ ਸਕਦੀ ਹੈ। ਨਹੀਂ ਤਾਂ ਯਾਦ ਰੱਖਿਓ ਇਹ ਇਤਿਹਾਸ ਲਿਖਿਆ ਜਾਊਗਾ ਵੀ ਇਸ ਕੌਮ ਦੌਰ ਦੇ ਵਿੱਚ ਇਹ ਕੁਛ ਹੋਇਆ। ਸੋ ਇਸ ਕਰਕੇ ਨਾ ਸਿੰਘ ਸਾਹਿਬ ਜਿਹੜਾ ਸੀ ਅਕਾਲ ਤਖਤ ਸਾਹਿਬ ਢਾਹਿਆ ਇਹਨਾਂ ਨੇ ਕਾਂਗਰਸ ਨੇ 84 ਦੇ ਵਿੱਚ, ਉਹਨੇ ਤਾਂ ਇੱਕ ਇਮਾਰਤ ਢਾਹ ਦਿੱਤੀ ਸੀ। ਇਹਨੇ ਤਾਂ ਹੁਣ ਸੁਖਵੀਰ ਨੇ ਤਾਂ ਉੱਥੋਂ ਜਿਹੜੇ ਸਿਧਾਂਤ ਸੀ ਉਹ ਵੀ ਮਲੀਆਂ ਮੇਟ ਕਰ ਦਿੱਤੇ। ਇਮਾਰਤ ਦੁਬਾਰਾ ਪਹਿਲੇ ਨਾਲੋਂ ਵੀ ਸੁੰਦਰ ਬਣ ਗਈ ਪਰ ਸਿਧਾਂਤ ਜਿਹੜੇ ਬਣਾਉਣੇ ਉਹ ਬਹੁਤ ਔਖੇ ਨੇ। ਸੋ ਇਸ ਵੇਲੇ ਹਾਲਾਤ ਕੋਈ ਬਾਹਲੇ ਚੰਗੇ ਨਹੀਂ ਕੌਮ ਦੇ।